ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਸਰਦਾਰ ਗੁਰਦੀਪ ਸਿੰਘ, ਟੀਚਰ ਟ੍ਰੇਨਰ ਨੇ, ਟੈਕਸਟ ਬੁੱਕ ਦੀ ਪਬਲਿਸ਼ਿੰਗ ਦੇ ਨਾਲ ਜੁੜੇ ਹੋਏ ਨੇ, ਅਕਾਦਮਿਕ ਖੇਤਰ ਨੂੰ ਪੂਰੀ ਤਰ੍ਹਾਂ ਸਮਰਪਿਤ ਨੇ, ਐਜੂਕੇਸ਼ਨ ਦੇ ਵਿੱਚ ਇਹਨਾਂ ਦਾ ਖਾਸ ਅਨੁਭਵ ਹੈ। ਗੁਰਦੀਪ ਜੀ, ਬਹੁਤ-ਬਹੁਤ ਸਵਾਗਤ ਪੰਜਾਬ ਚਰਚਾ ਦੇ ਵਿੱਚ। ਸਤਿ ਸ਼੍ਰੀ ਅਕਾਲ। ਸੋ ਦੇਖਿਆ ਜਾ ਰਿਹਾ ਕਿ ਸਿਲੇਬਸ ਬਦਲਿਆ ਜਾ ਰਿਹਾ ਪੰਜਾਬ ਦੇ ਵਿੱਚ ਹੀ ਨਹੀਂ, ਪੂਰੇ ਭਾਰਤ ਦੇ ਵਿੱਚ ਟੈਕਸਟ ਬੁੱਕਸ ਦਾ ਜੋ ਬੱਚੇ ਸਕੂਲ ਦੇ ਵਿੱਚ ਇਤਿਹਾਸ ਪੜ੍ਹਦੇ ਨੇ ਉਹਦਾ ਸਿਲੇਬਸ ਬਦਲਿਆ ਜਾ ਰਿਹਾ ਔਰ ਇੱਕ ਪੁਰਾਣੀ ਪਰੰਪਰਾ ਦੇ ਮੁਤਾਬਿਕ ਕਿਹਾ ਜਾਂਦਾ ਹੈ ਕਿ ਕਿਸੇ ਵਕਤ ਹਿਟਲਰ ਨੇ ਕਿਹਾ ਸੀ ਕਿ ਜੇ ਮੈਨੂੰ ਟੈਕਸਟ ਬੁੱਕ ਨੂੰ ਕੰਟਰੋਲ ਕਰਨ ਦਾ ਹੱਕ ਦੇ ਦਿੱਤਾ ਜਾਵੇ ਤਾਂ ਮੈਂ ਪੂਰੀਆਂ ਜਨਰੇਸ਼ਨਸ ਨੂੰ ਕੰਟਰੋਲ ਕਰ ਸਕਦਾ, ਐਜੂਕੇਸ਼ਨ ਨੂੰ ਕੰਟਰੋਲ ਕਰ ਸਕਦਾ, ਦੇਸ਼ ਨੂੰ ਕੰਟਰੋਲ ਕਰ ਸਕਦਾ, ਕਿਉਂਕਿ ਮੈਂ ਲੋਕਾਂ ਦੇ ਦਿਮਾਗ ਨੂੰ ਆਪਣੇ ਵੱਲ ਮੋੜ ਲਵਾਂਗਾ, ਇਤਿਹਾਸ ਮੈਂ ਲਿਖਾਂਗਾ। ਸੋ ਇਤਿਹਾਸ ਹੀ ਸਾਡੀ ਸੱਚਾਈ ਹੁੰਦੀ ਹੈ। ਹਰ ਖੇਤਰ ਦਾ ਆਪਣਾ ਇੱਕ ਇਤਿਹਾਸ ਹੈ, ਚਾਹੇ ਸਾਇੰਸ ਦਾ ਖੇਤਰ ਹੈ ਉਹਦਾ ਵੀ ਇੱਕ ਇਤਿਹਾਸ ਹੈ। ਵੱਖ-ਵੱਖ ਪ੍ਰਯੋਗ ਕਿਹੜੇ ਸਮੇਂ ਤੇ ਕਿਹੜੇ-ਕਿਹੜੇ ਵਿਗਿਆਨਿਕ ਨੇ ਕੀਤੇ, ਉਹਦੇ ਨਤੀਜੇ ਕੀ ਆਏ, ਉੱਥੋਂ ਅੱਗੇ ਕਹਾਣੀ ਕਿਵੇਂ ਤੁਰੀ। ਰਾਜਿਆਂ ਮਹਾਰਾਜਿਆਂ ਦਾ ਇਤਿਹਾਸ ਹੈ, ਹਰ ਇਨਸਾਨ ਦਾ ਇਤਿਹਾਸ ਹੈ, ਤੁਹਾਡਾ ਇਤਿਹਾਸ ਹੈ, ਮੇਰਾ ਇਤਿਹਾਸ ਹੈ। ਇਤਿਹਾਸ ਸਾਡੀ ਪੂੰਜੀ ਹੈ। ਜੇ ਉਹਦੇ ਨਾਲ ਛੇੜਖਾਨੀ ਕੀਤੀ ਜਾਵੇ, ਛੇੜਛਾੜ ਕੀਤੀ ਜਾਵੇ ਤਾਂ ਅਸਲੀ ਗੱਲ ਲੋਕਾਂ ਦੇ ਸਾਹਮਣੇ ਨਹੀਂ ਆਏਗੀ। ਅਸੀਂ ਬਕਾਇਦਾ ਤੌਰ ਤੇ ਲੋਕਾਂ ਨੂੰ ਮੈਨੀਪੂਲੇਟ ਕਰ ਲਵਾਂਗੇ, ਆਪਣੇ ਮੁਤਾਬਿਕ ਮੋੜ ਲਵਾਂਗੇ, ਓਪੀਨੀਅਨ ਕ੍ਰੀਏਟ ਕਰਕੇ ਉਹਨਾਂ ਦੇ ਦਿਮਾਗ ਨੂੰ ਐਕਸਪਲੋਇਟ ਕਰ ਲਵਾਂਗੇ ਆਪਣੇ ਹੱਕ ਦੇ ਵਿੱਚ। ਸੋ ਇਹ ਜੋ ਹੁਣ ਸਬਜੈਕਟ ਦੇ ਵਿੱਚ ਸਿਲੇਬਸ ਚੇਂਜ ਕੀਤਾ ਜਾ ਰਿਹਾ ਹਿਸਟਰੀ ਦਾ, ਔਰ ਕੁਝ ਚੀਜ਼ਾਂ ਐਡ ਅਪ ਕੀਤੀਆਂ ਜਾ ਰਹੀਆਂ ਨੇ, ਕੁਝ ਛੱਡੀਆਂ ਜਾ ਰਹੀਆਂ ਨੇ। ਕਈ ਲੋਕ ਇਸ ਨੂੰ ਬੜੇ ਨੈਗੇਟਿਵ ਤਰੀਕੇ ਨਾਲ ਦੇਖ ਰਹੇ ਨੇ ਕਿ ਭਾਰਤ ਦੇ ਇਤਿਹਾਸ ਦੇ ਨਾਲ ਛੇੜਛਾੜ ਕੀਤੀ ਜਾਏਗੀ ਤਾਂ ਫਿਰ ਬੱਚੇ ਕੀ ਪੜ੍ਹਨਗੇ, ਬੱਚਿਆਂ ਦੇ ਦਿਮਾਗ ਨੂੰ ਅਸੀਂ ਐਕਸਪਲੋਇਟ ਕਰ ਰਹੇ ਹਾਂ, ਬੱਚਿਆਂ ਨੂੰ ਮੈਨੀਪੂਲੇਟ ਕਰ ਰਹੇ ਹਾਂ। ਸੋ ਤੁਸੀਂ ਕੀ ਕਹਿਣਾ ਚਾਹੋਗੇ? ਇਹ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਅਸੀਂ ਟੈਕਸਟ ਬੁੱਕ ਦੇ ਖੇਤਰ ਵਿੱਚ, ਐਜੂਕੇਸ਼ਨ ਦੇ ਖੇਤਰ ਵਿੱਚ ਬਹੁਤ ਸਾਰਾ ਕੁਝ ਨਵਾਂ ਕਰ ਰਹੇ ਹਾਂ। ਅਸਲ ਵਿੱਚ ਇਸ ਮਸਲੇ ਨੂੰ ਕੁਝ ਇੱਦਾਂ ਸਮਝਿਆ ਜਾਏ ਕਿ ਸਾਡੀ ਸਕੂਲਾਂ ਨੂੰ ਪੜ੍ਹਾਉਣ ਵਾਸਤੇ ਸਾਡੇ ਕੋਲ ਨੈਸ਼ਨਲ ਕਰਿਕੂਲਮ ਫਰੇਮਵਰਕ ਨਾਂ ਦੀ ਇੱਕ ਡਾਕੂਮੈਂਟ ਸਾਡੇ ਕੋਲ ਹੁੰਦਾ ਹੈ। ਜਿਹੜਾ ਇਸ ਤੋਂ ਪਹਿਲਾਂ ਲਿਖਿਆ ਗਿਆ ਡਾਕੂਮੈਂਟ ਹੈ 2005 ਦਾ ਹੈ, ਔਰ ਜਦੋਂ 2005 ਦਾ NCF ਲਗਾਇਆ ਗਿਆ ਸੀ, ਇੰਪਲੀਮੈਂਟ ਕੀਤਾ ਗਿਆ ਸੀ, ਉਦੋਂ ਕਿਹਾ ਗਿਆ ਸੀ ਕਿ ਹਰ 5 ਸਾਲ ਬਾਅਦ ਨਵਾਂ NCF ਆਏਗਾ। ਪਰ ਬਦਕਿਸਮਤੀ ਨਾਲ ਇਹ ਜਿਹੜੀ ਤਬਦੀਲੀ ਵਾਪਰਨ ਵਾਲੀ ਹੈ ਜਾਂ ਵਾਪਰ ਰਹੀ ਹੈ 2023 ਵਿੱਚ ਜਾ ਕੇ ਵਾਪਰ ਰਹੀ ਹੈ। 2005 ਤੋਂ ਬਾਅਦ ਪੂਰੀ ਦੀ ਪੂਰੀ ਦੁਨੀਆ ਦਾ ਇੱਕ ਸਿਸਟਮ ਬਦਲ ਗਿਆ। ਗਲੋਬਲਾਈਜੇਸ਼ਨ ਵੀ ਆ ਗਈ, ਜਾਣਕਾਰੀ ਦੇ ਆਦਾਨ ਪ੍ਰਦਾਨ ਦੇ ਮੌਕੇ ਵਧ ਗਏ, ਔਰ ਇਹ ਇੱਕ ਤਬਦੀਲੀ ਸੀ ਜਿਹੜੀ ਆਊਟਸਟੈਂਡਿੰਗ ਸੀ, ਲੌਂਗ ਡਿਊ ਸੀ, ਜਿਹੜੀ ਹੁਣ ਜਾ ਕੇ ਭਾਰਤ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਦੇ ਰੂਪ ਵਿੱਚ ਸਾਡੇ ਕੋਲ ਲੈ ਕੇ ਆਂਦੀ ਹੈ। ਸਾਨੂੰ ਇਸ ਗੱਲ ਤੋਂ ਤਾਂ ਵੈਲਕਮ ਕਰਨਾ ਚਾਹੀਦਾ ਹੈ, ਸਵਾਗਤ ਕਰਨਾ ਚਾਹੀਦਾ ਹੈ ਕਿ ਇਹ ਸਾਰਾ ਕੁਝ ਬੱਚਿਆਂ ਦੇ ਹੱਕ ਹਿੱਤ ਵਿੱਚ ਵਾਪਰ ਰਿਹਾ। ਇਸ ਨਵੀਂ ਸਿੱਖਿਆ ਨੀਤੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਚੰਗੀਆਂ, ਬਹੁਤ ਸਾਰੇ ਚੰਗੇ ਪੱਖ ਦੇਖਣ ਵਿੱਚ ਆਏ ਨੇ ਜਿਨ੍ਹਾਂ ਨੇ ਵੀ ਇਸ ਨੂੰ ਸਟੱਡੀ ਕੀਤਾ ਹੈ। ਔਰ ਕਿਉਂਕਿ ਮੇਰਾ ਸੰਬੰਧ ਸਕੂਲ ਦੀ ਸਿੱਖਿਆ ਨਾਲ ਹੈ ਤਾਂ ਸਕੂਲ ਦੇ ਪੁਆਇੰਟ ਵਿਊ ਤੋਂ ਇਹਦੇ ਵਿੱਚ ਬਹੁਤ ਸਾਰੀਆਂ ਸਾਰਥਕ ਤਬਦੀਲੀਆਂ ਨੇ, ਸੋਧਾਂ ਹੋਈਆਂ ਨੇ, ਜਿਨ੍ਹਾਂ ਦਾ ਅਸੀਂ ਸਵਾਗਤ ਕਰਦੇ ਹਾਂ। ਉਸ ਤੋਂ ਬਾਅਦ ਨੈਸ਼ਨਲ ਕਰਿਕੂਲਮ ਫਰੇਮਵਰਕ ਹੈ ਜਿਹਦੇ ਵਿੱਚ ਸਿਲੇਬਸ ਡਿਸਾਈਡ ਹੋਏਗਾ, ਕਿਤਾਬਾਂ ਦਾ ਕੀ ਵਿਧਾਨ ਹੋਏਗਾ, ਕਿਤਾਬਾਂ ਦੀ ਰੂਪ ਰੇਖਾ ਕੀ ਹੋਏਗੀ, ਇਹ ਇਸ NCF ਨੇ ਡਿਸਾਈਡ ਕਰਨਾ ਹੈ। ਸਾਡੇ ਕੋਲ ਜਿਹੜਾ ਨਵਾਂ NCF ਹੈ ਉਹ 2023 ਦੇ ਰੂਪ ਵਿੱਚ ਸਾਡੇ ਕੋਲ ਆਇਆ ਹੈ, ਔਰ ਅਜੇ ਕੁਝ ਦਿਨ ਹੋਏ ਨੇ ਇਸ ਨੂੰ ਰਿਲੀਜ਼ ਕੀਤਾ ਗਿਆ ਹੈ, ਔਰ ਸਰਕਾਰ ਇਹਦੇ ਉੱਤੇ ਆਪਣੇ ਓਪੀਨੀਅਨ ਵੀ ਮੰਗ ਰਹੀ ਹੈ। ਜਿੱਥੋਂ ਤੱਕ ਇਤਿਹਾਸ ਦੇ ਬਦਲੇ ਜਾਣ ਦਾ ਵੇਰਵਾ ਹੈ, ਇਹ ਠੀਕ ਹੈ ਕਿ ਪਿਛਲੇ ਦਿਨਾਂ ਵਿੱਚ ਸਾਡੀ ਸਕੂਲੀ ਸਿੱਖਿਆ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਸੀ ਜਦੋਂ ਕੋਵਿਡ ਦੇ ਵਕਤ ਸਕੂਲ ਬੰਦ ਕਰ ਦਿੱਤੇ ਗਏ, ਆਨਲਾਈਨ ਕਲਾਸਿਸ ਜਾਰੀ ਕੀਤੀਆਂ ਗਈਆਂ, ਤਾਂ ਸਿਲੇਬਸ ਦੇ ਬਹੁਤ ਉਹਦੀ ਮਾਤਰਾ ਨੂੰ ਦੇਖਦੇ ਹੋਏ NCERT ਨੇ, CBSE ਨੇ ਸਿਲੇਬਸ ਨੂੰ ਰੈਸ਼ਨਲਾਈਜ਼ ਕੀਤਾ, ਸਿਲੇਬਸ ਨੂੰ ਘਟਾਇਆ, ਕੁਝ ਚੈਪਟਰ ਰਿਮੂਵ ਕੀਤੇ। ਚਲੋ ਇਹ ਕੀਤੇ ਜਾਣੇ ਚਾਹੀਦੇ ਸੀ, ਆਫਟਰ ਆਲ ਬੱਚਿਆਂ ਨੂੰ ਪੜ੍ਹਨ ਦੇ ਮੌਕੇ ਨਹੀਂ ਮਿਲੇ। ਜਿੰਨਾ ਕੁ ਟਾਈਮ ਉਹਨਾਂ ਕੋਲ ਸੀਗਾ ਉਹਦੇ ਮੁਤਾਬਕ ਉਹਨਾਂ ਨੂੰ ਆਪਣੀ ਸਟੱਡੀ ਕੰਪਲੀਟ ਕਰਨੀ ਸੀ।
ਔਰ ਇਹਦੇ ਵਿੱਚ ਜਿਹੜੇ ਕੋਈ ਚੈਪਟਰ ਡਿਲੀਟ ਕੀਤੇ ਗਏ ਨੇ ਔਰ ਜਿਸ ਤਰ੍ਹਾਂ ਇਹਦੇ ਬਾਰੇ ਕਿਹਾ ਜਾ ਰਿਹਾ ਕਿ ਅਸੀਂ ਮੁਗਲ ਇਤਿਹਾਸ ਨੂੰ ਜਾਂ ਮੁਗਲਾਂ ਦਾ ਵੇਰਵਾ ਇਤਿਹਾਸ ਚੋਂ ਕੱਢ ਦਿੱਤਾ ਹੈ, ਇਹ ਸਿਰਫ ਇੱਕ ਟੈਂਪਰੇਰੀ ਸਰਕੂਲਰ ਸੀਗਾ ਜਿਹੜਾ ਕੋਵਿਡ ਵਾਸਤੇ ਜਾਰੀ ਹੋਇਆ ਸੀ। ਲੇਕਿਨ ਉਸ ਤੋਂ ਬਾਅਦ ਹੁਣ ਜਿਹੜਾ ਸਿਲੇਬਸ ਲਿਖਿਆ ਜਾਏਗਾ ਇਹ ਕਿਸ ਤਰ੍ਹਾਂ ਦਾ ਹੋਏਗਾ, ਇਹ ਸਾਡੇ ਕੋਲ ਅਜੇ ਡਿਊ ਹੈ ਔਰ ਇਹਦੇ ਉੱਤੇ ਕਿਤਾਬਾਂ ਬਣਨਗੀਆਂ, ਉਹ ਇਤਿਹਾਸ ਦੀਆਂ ਕਿਤਾਬਾਂ ਵੀ ਲਿਖੀਆਂ ਜਾਣਗੀਆਂ। ਤਾਂ ਅਸੀਂ ਉਡੀਕ ਕਰ ਰਹੇ ਹਾਂ ਕਿ NCERT ਤੋਂ ਇਹ ਸਾਰਾ ਕੁਝ ਸਾਨੂੰ ਦੇਖਣ ਨੂੰ ਮਿਲੇਗਾ। ਗੁਰਦੀਪ ਜੀ, ਇਹਦੇ 'ਚ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਤਾਂ ਤੁਸੀਂ ਦੱਸਿਆ ਕਿ ਜਿੱਦਾਂ ਇੱਕ ਟੀਚਰ ਦੇ ਨਾਤੇ ਤੁਸੀਂ ਇਸ ਚੀਜ਼ ਨੂੰ ਦੇਖਦੇ ਪਏ ਹੋ ਕਿ ਇੱਕ ਅਧਿਆਪਕ ਕਿਸ ਤਰ੍ਹਾਂ ਦੇਖਦਾ ਬੱਚਿਆਂ ਵਾਸਤੇ ਕੀ ਫਾਇਦੇਮੰਦ ਹੈ, ਕੀ ਨੁਕਸਾਨਦਾਇਕ ਹੈ, ਉਸ ਦੇ ਹਿਸਾਬ ਨਾਲ ਸਾਰੀ ਚੀਜ਼ ਸਿਲੈਕਟ ਕੀਤੀ ਜਾਂਦੀ ਹੈ। ਇੱਕ ਇਹਦਾ ਰਾਜਨੀਤਿਕ ਰੂਪ ਦੇਖਿਆ ਜਾ ਰਿਹਾ ਹੈ, ਮੁੱਦੇ ਨੂੰ ਰਾਜਨੀਤੀ ਦਾ ਰੂਪ ਦਿੱਤਾ ਜਾ ਰਿਹਾ ਹੈ, ਮੁੱਦਾ ਬਣਾਇਆ ਜਾ ਰਿਹਾ ਐਕਚੁਅਲੀ। ਸੋ ਇਹਦੇ ਵਿੱਚ ਗੱਲ ਇਹ ਆਉਂਦੀ ਹੈ ਕਿ ਜੋ ਮੌਜੂਦਾ ਸਰਕਾਰ ਹੈ ਉਹ ਆਪਣੇ ਮੁਤਾਬਿਕ ਇਤਿਹਾਸ ਨੂੰ ਬਦਲਣਾ ਚਾਹੁੰਦੀ ਹੈ। ਕਿਤੇ ਕਿਤੇ ਉਹ ਉਹਨਾਂ ਚੀਜ਼ਾਂ ਨੂੰ ਹਟਾ ਦੇਣਾ ਚਾਹੁੰਦੀ ਹੈ ਜੋ ਉਹਨਾਂ ਦੇ ਵਿਚਾਰਧਾਰਾ ਦੇ ਅਨੁਕੂਲ ਨਹੀਂ, ਔਰ ਉਹਨਾਂ ਚੀਜ਼ਾਂ ਨੂੰ ਸ਼ਾਮਿਲ ਕਰਨਾ ਚਾਹੁੰਦੀ ਹੈ ਜੋ ਉਹਨਾਂ ਦੇ ਵਿਚਾਰਧਾਰਾ ਦੇ ਅਨੁਕੂਲ ਹੈ, ਜੋ ਉਹਨਾਂ ਨੂੰ ਸੂਟ ਕਰਦਾ ਹੈ। ਸੋ ਅਸੀਂ ਇਹ ਗੱਲ ਮਹਿਸੂਸ ਕਰਦੇ ਹਾਂ ਜੋ ਲੋਕ ਗੱਲ ਕਰ ਰਹੇ ਨੇ, ਤਾਂ ਹੀ ਅਸੀਂ ਇਸ ਨੂੰ ਮੀਡੀਆ ਦੇ ਸਾਹਮਣੇ ਲੈ ਕੇ ਆ ਰਹੇ ਹਾਂ। ਦੂਜੀ ਗੱਲ, ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਇਤਿਹਾਸ ਨਾਲ ਛੇੜਛਾੜ ਕਰਦੇ ਹੋ ਤਾਂ ਉਹ ਤੁਹਾਡਾ ਇੱਕ ਮਕਸਦ ਹੁੰਦਾ ਕਿ ਤੁਸੀਂ ਲੋਕਾਂ ਨੂੰ ਕੰਟਰੋਲ ਕਿਵੇਂ ਕਰਨਾ, ਲੋਕਾਂ ਦੇ ਮਾਈਂਡ ਨੂੰ ਕੰਟਰੋਲ ਕਿਵੇਂ ਕਰਨਾ, ਉਹਦੇ ਮੁਤਾਬਿਕ ਤੁਸੀਂ ਮੈਨੀਪੂਲੇਟ ਕਰਦੇ ਹੋ, ਛੇੜਛਾੜ ਕਰਦੇ ਹੋ ਇਤਿਹਾਸ ਨਾਲ, ਤੱਥਿਆਂ ਨਾਲ ਛੇੜਛਾੜ ਕਰਦੇ ਹੋ, ਕਿਉਂਕਿ ਤੁਸੀਂ ਆਪਣਾ ਰਾਜਨੀਤੀ ਦਾ ਇੱਕ ਪਰਪਸ ਦੇਖਣਾ ਚਾਹੁੰਦੇ ਹੋ। ਇੱਕ ਤਾਂ ਹੈ ਰਾਜਨੀਤੀ ਦਾ ਪਰਪਸ, ਦੂਜਾ ਪਰਪਸ ਇਹ ਹੈ ਕਿ ਸਾਨੂੰ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਇਤਿਹਾਸ ਪੜ੍ਹਾਇਆ ਕਿਉਂ ਜਾਂਦਾ ਹੈ? ਉਹ ਇਸ ਕਰਕੇ ਕਿ ਸਾਨੂੰ ਜਾਣਕਾਰੀ ਮਿਲੇ ਕਿ ਸਾਡੇ ਪੁਰਖੇ ਕਿੱਦਾਂ ਦੇ ਰਹੇ। ਇਹ ਦੋਨਾਂ ਦਾ ਕੰਪੈਰੀਜ਼ਨ ਕਿੱਦਾਂ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਦੇਸ਼ ਹਿੱਤ ਵਿੱਚ ਨਹੀਂ ਕੰਮ ਕਰ ਰਹੀ, ਉਹ ਆਪਣੇ ਹਿੱਤ ਵਿੱਚ ਕੰਮ ਕਰ ਰਹੀ ਹੈ, ਆਪਣੇ ਹਿੱਤ ਨੂੰ ਦੇਖਦੇ ਹੋਏ ਛੇੜਛਾੜ ਕਰ ਰਹੀ ਹੈ ਇਤਿਹਾਸ ਦੇ ਨਾਲ, ਜਾਂ ਉਹ ਦੇਸ਼ ਹਿੱਤ ਦੇ ਮੁਤਾਬਿਕ ਬਦਲਦੀ ਪਈ ਹੈ ਇਤਿਹਾਸ ਨੂੰ। ਇਹ ਐਕਚੁਅਲ ਗੱਲ ਹੈ ਕਿ ਮਸਲਾ ਕੀ ਹੈ, ਕਿਉਂਕਿ ਇਹ ਰਾਜਨੀਤੀ ਭਰਪੂਰ ਹੋ ਰਹੀ ਹੈ ਇਹਦੇ ਉੱਤੇ। NCF 2023 ਦਾ ਜਿਹੜਾ ਆਇਆ ਹੈ ਉਹਦੇ ਵਿੱਚ ਜਿਸ ਤਰ੍ਹਾਂ ਦਾ ਸਿਲੇਬਸ ਬਣੇਗਾ ਜਾਂ ਉਹਦੀ ਰੂਪਰੇਖਾ ਹੋਏਗੀ, ਇਤਿਹਾਸ ਦੀ ਕੀ ਰੂਪਰੇਖਾ ਹੋਏਗੀ, ਇਤਿਹਾਸ ਦੇ ਕਿਹੜੇ ਪਰਸਪੈਕਟਿਵ ਹੋਣਗੇ, ਜਾਂ ਉਹਦੇ 'ਚ ਟੋਟਲ ਪਰਸੈਪਸ਼ਨ ਕੀ ਹੋਏਗਾ, ਇਹ ਜਾਣਨ ਵਾਸਤੇ ਉਸ ਕਿਤਾਬ ਦਾ, ਕਿਉਂਕਿ ਕਿਤਾਬੀ ਰੂਪ ਹੈ, 628 ਪੇਜ ਦਾ ਇਹ ਡਾਕੂਮੈਂਟ ਹੈ ਔਰ ਇਹਦੇ ਵਿੱਚ ਇੱਕ ਅਧਿਆਪਕ ਹੋਣ ਦੇ ਨਾਤੇ ਜਾਂ ਇੱਕ ਅਕੈਡਮਿਸ਼ਨ ਹੋਣ ਦੇ ਨਾਤੇ ਅਸੀਂ ਇਹ ਸਾਰਾ ਕੁਝ ਲਰਨਿੰਗ ਆਊਟਕਮਸ ਤੋਂ ਡਿਸਾਈਡ ਕਰਦੇ ਹਾਂ। ਲਰਨਿੰਗ ਆਊਟਕਮਸ ਵਿੱਚ ਇਤਿਹਾਸ ਦੀਆਂ ਜਿਹੜੀਆਂ ਘਟਨਾਵਾਂ ਆਪੋ ਵਿੱਚ ਕਿਵੇਂ ਕਨੈਕਟ ਕਰਦੀਆਂ ਨੇ ਔਰ ਇਤਿਹਾਸ ਕਿਉਂ ਪੜ੍ਹਾਇਆ ਜਾਂਦਾ, ਇਸ ਗੱਲ ਨੂੰ ਸਾਹਮਣੇ ਰੱਖਦੇ ਹੋਏ ਇਤਿਹਾਸ ਦਾ ਸਿਲੇਬਸ ਤੈਅ ਕੀਤਾ ਜਾਏਗਾ। ਔਰ ਅਸੀਂ ਉਮੀਦ ਕਰਦੇ ਹਾਂ ਕਿ ਇਸ ਖੇਤਰ ਨਾਲ ਜੁੜੇ ਹੋਏ ਬਹੁਤ ਸਾਰੇ ਵਿਦਵਾਨ, ਅਕੈਡਮਿਸ਼ੀਅਨ, ਜਿਹੜੇ ਲੋਕ ਇੱਥੇ ਕੰਮ ਕਰ ਰਹੇ ਨੇ, ਉਹ ਇਹ ਸਾਰਾ ਕੁਝ ਬੱਚਿਆਂ ਦੇ ਹੱਕ ਹਿੱਤ ਵਿੱਚ ਹੀ ਇਸ ਨੂੰ ਲੈ ਕੇ ਆਉਣਗੇ। ਤੇ ਬਾਕੀ ਜਿਹੜਾ ਸਰਕਾਰ ਦਾ ਵਤੀਰਾ ਹੈ, ਇਹ ਤਾਂ ਹੈ ਨਾ ਕਿ ਜਿਹੜੇ ਟੀਚਰਸ ਨੇ ਉਹਨਾਂ ਦੀ ਸੋਚ ਹੈ, ਪਰ ਸਰਕਾਰ ਵੱਲੋਂ ਜਿਹੜਾ ਪ੍ਰੈਸ਼ਰ ਹੈ, ਜੋ ਲੋਕ ਕਹਿ ਰਹੇ ਨੇ, ਡਿਬੇਟ ਹੋ ਰਿਹਾ ਲੋਕਾਂ ਦੇ ਵਿੱਚ, ਸਰਕਾਰ ਇਸ ਨੂੰ ਆਪਣੇ ਹੱਕ ਦੇ ਵਿੱਚ ਮੋਲਡ ਕਰਨਾ ਚਾਹੁੰਦੀ ਹੈ, ਆਪਣੇ ਮੁਤਾਬਿਕ ਲੋਕਾਂ ਦਾ ਦਿਮਾਗ ਤਿਆਰ ਕਰਨਾ ਚਾਹੁੰਦੀ ਹੈ, ਸੱਤਾ 'ਚ ਬਣੇ ਰਹਿਣ ਵਾਸਤੇ ਇਤਿਹਾਸ ਨੂੰ ਉਸ ਰੂਪ ਦੇ ਵਿੱਚ ਦਿਖਾਉਣਾ ਚਾਹੁੰਦੀ ਹੈ। ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ? ਬਹੁਤ ਸਾਰਾ ਕੁਝ ਸੈਂਟਰਲਾਈਜ਼ ਤਾਂ ਕੀਤਾ ਜਾ ਰਿਹਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਹਿੰਦੁਸਤਾਨ ਦਾ ਸਟਰਕਚਰ ਜਿਹੜਾ ਫੈਡਰਲ ਹੈ ਲੇਕਿਨ ਉਹ ਸੈਂਟਰਲਾਈਜ਼ ਕੀਤਾ ਜਾ ਰਿਹਾ। ਕੋਈ ਵੀ ਸਰਕਾਰ ਚਾਹੁੰਦੀ ਹੈ ਕਿ ਉਹ ਸਰਕਾਰ ਦੇਸ਼ ਦੀਆਂ ਪੂਰੀਆਂ ਪਾਲਿਸੀਆਂ, ਪੂਰੀਆਂ ਨੀਤੀਆਂ ਉਹਨਾਂ ਦੇ ਹੱਥ ਵਿੱਚ ਹੋਣ ਔਰ ਉਹਨੂੰ ਡਿਸਾਈਡ ਕਰੇ, ਚਾਹੇ ਉਹ ਸਿੱਖਿਆ ਦੀਆਂ ਨੀਤੀਆਂ ਹੋਣ, ਚਾਹੇ ਉਹ ਹੈਲਥ ਦੀਆਂ ਨੀਤੀਆਂ ਹੋਣ, ਚਾਹੇ ਉਹ ਆਰਥਿਕ ਨੀਤੀਆਂ ਹੋਣ, ਉਹਦੇ ਉੱਤੇ ਸਰਕਾਰ ਦਾ ਗਲਬਾ ਜਾਰੀ ਰਹੇ। ਔਰ ਇਸੇ ਵਾਸਤੇ ਹੀ ਇਸ ਐਜੂਕੇਸ਼ਨ ਪਾਲਿਸੀ ਵਿੱਚ ਵੀ ਕਈ ਤਬਦੀਲੀਆਂ ਕੀਤੀਆਂ ਗਈਆਂ ਨੇ। ਇਸ ਤੋਂ ਪਹਿਲਾਂ ਪਿਛਲੇ ਸਾਲਾਂ ਵਿੱਚ ਸਿਲੇਬਸ ਹਰ ਸਟੇਟ ਦਾ ਆਪੋ ਆਪਣਾ ਹੋਇਆ ਕਰਦਾ ਸੀ ਔਰ ਹਰ ਸਟੇਟ ਦਾ ਸਕੂਲ ਬੋਰਡ ਹੁੰਦਾ ਸੀ ਔਰ ਉਹ ਸਕੂਲ ਬੋਰਡ ਜਿਹੜਾ ਆਪਣਾ ਸਿਲੇਬਸ ਡਿਸਾਈਡ ਕਰਦਾ ਸੀ। ਔਰ ਕਹਿਣ ਨੂੰ ਤਾਂ ਇਹ ਗੱਲ ਇਸ ਤਰ੍ਹਾਂ ਵੀ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਦਾ ਵਾਧਾ ਹੁੰਦਾ ਸੀ ਔਰ ਉਹ ਸਾਡੇ ਇਤਿਹਾਸ ਵਿੱਚ, ਸਾਡੇ ਸੱਭਿਆਚਾਰ ਦੀਆਂ ਕਿਤਾਬਾਂ ਵਿੱਚ ਜਿਹੜੇ ਪਾਠ ਹੁੰਦੇ ਸਨ ਉਹਦੇ ਵਿੱਚ ਸ਼ਾਮਲ ਹੁੰਦਾ ਸੀ। ਹੁਣ ਇਹ ਸਿਲੇਬਸ ਨੂੰ ਡਿਸਾਈਡ ਕਰਨ ਦੀ ਅਥਾਰਟੀ ਜਿਹੜੀ ਆ ਉਹ NCERT ਵਿੱਚ ਕਰ ਦਿੱਤੀ ਗਈ ਹੈ ਔਰ NCERT ਹੀ ਸਾਰੇ ਹਿੰਦੁਸਤਾਨ ਦਾ, ਸਾਰੇ ਸਕੂਲਾਂ ਦਾ ਸਿਲੇਬਸ ਤੈਅ ਕਰੇਗੀ ਔਰ ਡਿਸਾਈਡ ਕਰੇਗੀ। ਇਸ ਦੇ ਸਾਰਥਕ ਪੱਖ ਵੀ ਨੇ, ਨਿਰਾਰਥਕ ਪੱਖ ਵੀ ਨੇ।
ਇਹ ਠੀਕ ਉਸ ਤਰ੍ਹਾਂ ਹੈ ਕਿ ਇੱਕ ਚਾਕੂ ਜਿਸ ਤਰ੍ਹਾਂ ਹੈ ਉਸ ਨਾਲ ਅਸੀਂ ਸਬਜ਼ੀ ਵੀ ਕੱਟ ਸਕਦੇ ਹਾਂ ਤੇ ਕਿਸੇ ਦਾ ਗਲਾ ਵੀ ਕੱਟ ਸਕਦੇ ਹਾਂ। ਇਹ ਡਿਪੈਂਡ ਕਰਦਾ ਹੈ ਕਿ ਉਹ ਚਾਕੂ ਕਿਹਦੇ ਹੱਥ 'ਚ ਹੈ ਔਰ ਉਹਦੀ ਵਰਤੋਂ ਕਿਵੇਂ ਕਰਦਾ ਹੈ। ਲੇਕਿਨ ਸਾਨੂੰ ਆਉਣ ਵਾਲੇ ਟਾਈਮ ਵਿੱਚ ਲੋਕ ਸ਼ਕਤੀ ਉੱਤੇ, ਜਨ ਸ਼ਕਤੀ ਉੱਤੇ ਭਰੋਸਾ ਹੋਣਾ ਚਾਹੀਦਾ ਹੈ। ਸਾਨੂੰ ਉਹ ਲੋਕਾਂ ਦੀ ਜਾਗਰੂਕਤਾ ਉੱਤੇ ਭਰੋਸਾ ਹੋਣਾ ਚਾਹੀਦਾ ਹੈ ਔਰ ਉਹ ਜਿਵੇਂ ਜਿਵੇਂ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗੇਗਾ ਜਾਂ ਸਮਝ ਆਏਗੀ, ਉਹ ਇਹ ਤਬਦੀਲੀਆਂ ਜਿਹੜੀਆਂ ਨੇ ਉਹ ਆਪਣੇ ਹੱਕ ਹਿੱਤ ਵਿੱਚ ਹੀ ਕਰਵਾਉਣਗੇ। ਜੀ ਗੁਰਦੀਪ ਜੀ, ਇੱਕ ਤਾਂ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਰੂਪ ਦੇ ਵਿੱਚ ਇੱਕ ਗੱਲ ਕਰਨਾ ਚਾਹਾਂਗਾ ਕਿ ਜਿੱਦਾਂ ਅਸੀਂ ਦੇਖਦੇ ਹਾਂ ਜਲਿਆਂਵਾਲਾ ਬਾਗ ਅੰਮ੍ਰਿਤਸਰ ਦੇ ਵਿੱਚ, ਜਦੋਂ ਅਸੀਂ ਸ਼ੁਰੂ ਤੋਂ ਜਾਂਦੇ ਰਹੇ ਹਾਂ, ਜੋ ਇਤਿਹਾਸ ਰਿਹਾ ਹੈ, ਇੱਕ ਛੋਟਾ ਜਿਹਾ ਬਾਗ, ਚਾਰੋਂ ਪਾਸਿਓਂ ਬੰਦ, ਇੱਕ ਛੋਟਾ ਜਿਹਾ ਦਰਵਾਜ਼ਾ ਜਿੱਥੋਂ ਤੁਸੀਂ ਅੰਦਰ ਜਾ ਸਕਦੇ ਹੋ। ਉੱਥੇ ਜਨਰਲ ਡਾਇਰ ਨੇ ਮਸ਼ੀਨ ਗਨ ਲਗਾਈ ਤੇ ਭਾਰਤੀਆਂ ਨੂੰ ਗੋਲੀਆਂ ਮਾਰ ਦਿੱਤੀਆਂ, ਕਿਉਂਕਿ ਭੱਜਣ ਵਾਸਤੇ ਹੋਰ ਕੋਈ ਰਾਹ ਹੀ ਨਹੀਂ ਸੀ। ਇੱਕੋ ਹੀ ਉਹ ਰਾਹ ਸੀਗੀ ਬਾਹਰ ਨਿਕਲਣ ਵਾਸਤੇ, ਤੇ ਉੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਾਡੇ ਭਾਰਤੀਆਂ ਨੇ। ਅੱਜ ਜਲਿਆਂਵਾਲੇ ਬਾਗ ਦਾ ਨਵੀਨੀਕਰਨ ਕੀਤਾ ਗਿਆ, ਸਾਰਾ ਰੂਪ ਬਦਲ ਦਿੱਤਾ ਗਿਆ। ਇੱਕ ਪਾਸਿਓਂ ਕੰਧ ਤੋੜ ਕੇ ਬਾਜ਼ਾਰ ਦੇ ਵਿੱਚ ਕੱਢ ਦਿੱਤੀ ਗਈ। ਹੁਣ ਇਤਿਹਾਸ ਨਾਲ ਛੇੜਖਾਨੀ ਹੋ ਗਈ। ਅਸੀਂ ਬੱਚਿਆਂ ਨੂੰ ਸਮਝਾਵਾਂਗੇ ਕਿ ਚਾਰੋਂ ਪਾਸਿਓਂ ਬਾਗ ਬੰਦ ਸੀ, ਇਸ ਕਰਕੇ ਲੋਕ ਭੱਜ ਨਹੀਂ ਸਕੇ ਤੇ ਗੋਲੀਆਂ ਵੱਜੀਆਂ ਤੇ ਸ਼ਹੀਦ ਹੋ ਗਏ। ਤੇ ਬੱਚੇ ਜਲਿਆਂਵਾਲਾ ਬਾਗ ਦੇਖਦੇ ਨੇ ਕਿ ਪਾਸੋਂ ਦੀਵਾਰ ਟੁੱਟੀ ਹੋਈ ਹੈ ਤੇ ਉਹ ਸੁਪਰਮਾਰਕੀਟ ਵੱਲ ਜਾਂਦੀ ਪਈ ਹੈ। ਮਤਲਬ ਤੁਸੀਂ ਇੱਕ ਧਰੋਹਰ ਨੂੰ, ਇੱਕ ਸਾਡੇ ਖਜ਼ਾਨੇ ਨੂੰ ਇੱਕ ਸ਼ਾਪਿੰਗ ਮਾਲ ਬਣਾ ਕੇ ਰੱਖ ਦਿੱਤਾ। ਕੁਝ ਲੋਕ ਬਾਹਰੋਂ ਆਏ, ਸ਼੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ, ਵਿਦੇਸ਼ੀ ਸੀਗੇ, ਅੰਗਰੇਜ਼ ਸੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਜਲਿਆਂਵਾਲੇ ਬਾਗ ਵੀ ਜਾਣਾ। ਉਹ ਇਹੀ ਸੋਚਦੇ ਪਏ ਸੀ ਕਿ ਜਿਸ ਤਰ੍ਹਾਂ ਸ਼੍ਰੀ ਹਰਿਮੰਦਰ ਸਾਹਿਬ ਅਸੀਂ ਗਏ ਹਾਂ, ਪੂਰੀ ਆਸਥਾ ਨਾਲ ਸਿਰ ਟਕਿਆ ਹੈ, ਪੂਰੀ ਅਰਦਾਸ ਕਰਕੇ ਆਏ ਹਾਂ, ਦਿਲ ਸ਼ਰਧਾ ਲੈ ਕੇ ਆਏ ਹਾਂ, ਉਹੀ ਸ਼ਰਧਾ ਲੈ ਕੇ ਅਸੀਂ ਉੱਥੇ ਜਾਵਾਂਗੇ, ਕਿਉਂਕਿ ਉੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਲੋਕਾਂ ਨੇ, ਉਹ ਵੀ ਵਿਸਾਖੀ ਵਾਲੇ ਦਿਨ, 13 ਅਪ੍ਰੈਲ ਦੀ ਵਿਸਾਖੀ ਨੂੰ। ਸੋ ਸਾਨੂੰ 1919 ਦੇ ਵਿੱਚ, ਤੇ ਜਦੋਂ ਉੱਥੇ ਗਏ ਨੇ ਉਹ ਅੰਗਰੇਜ਼, ਉਹਨਾਂ ਨੇ ਦੇਖਿਆ ਕਿ ਲੋਕ ਤੇ ਉੱਥੇ ਚਿਪਸ ਖਾਂਦੇ ਫਿਰਦੇ ਨੇ, ਪੈਕੇਟ ਉੱਥੇ ਸੁੱਟੇ ਹੋਏ ਨੇ, ਕੋਲਡ ਡਰਿੰਕ ਪੀਂਦੇ ਨੇ, ਬੋਤਲਾਂ ਉੱਥੇ ਸੁੱਟ ਦਿੰਦੀਆਂ ਨੇ, ਕੋਈ ਕਦਰ ਨਹੀਂ, ਕੋਈ ਇੱਜ਼ਤ ਨਹੀਂ। ਔਰ ਇਤਿਹਾਸ ਨਾਲ ਪੂਰੀ ਛੇੜਖਾਨੀ, ਕੁਝ ਹੋਰ ਹੀ ਇਤਿਹਾਸ ਦਿਖਦਾ ਪਿਆ ਉੱਥੇ। ਦੀਵਾਰ ਤੋੜ ਕੇ ਸੁਪਰਮਾਰਕੀਟ ਨੂੰ ਰਾਹ ਕੱਢਿਆ ਹੋਇਆ। ਮਤਲਬ ਆਹ ਕਿੱਦਾਂ ਦਾ ਜਲਿਆਂਵਾਲਾ ਬਾਗ ਹੈ। ਉਹ ਵੀ ਹੈਰਾਨ ਨੇ ਕਿ ਅਸੀਂ ਜੋ ਪੜ੍ਹ ਕੇ ਆਏ ਉਹ ਕੁਝ ਹੋਰ ਹੈ, ਇੱਥੇ ਤੇ ਕੁਝ ਹੋਰ ਦੇਖਣ ਨੂੰ ਮਿਲਦਾ। ਇਸ ਕਦਰ ਜੀ ਅਸੀਂ ਇਤਿਹਾਸ ਨਾਲ ਛੇੜਖਾਨੀ ਕਰਾਂਗੇ, ਕਈ ਸਾਡੇ ਮਹਾਨ ਰਾਜੇ ਮਹਾਰਾਜੇ ਨੇ, ਉਹਨਾਂ ਦਾ ਜ਼ਿਕਰ ਹੀ ਨਹੀਂ ਮਿਲਦਾ ਇਤਿਹਾਸ ਦੇ ਵਿੱਚ। ਗੁਰੂ ਸਾਹਿਬਾਨ ਦੀਆਂ ਕਈ ਘਟਨਾਵਾਂ ਦਾ ਜ਼ਿਕਰ ਹੀ ਨਹੀਂ ਮਿਲਦਾ ਇਤਿਹਾਸ ਦੇ ਵਿੱਚ। ਕਈ ਇੰਨੇ ਸੋਹਣੇ ਪਾਤਰ ਨੇ ਸਾਡੇ, ਕਈ ਇੰਨੇ ਸੋਹਣੇ ਸ਼ਖਸੀਅਤ ਕਿਰਦਾਰ ਨੇ ਸਾਡੇ, ਜੋ ਗੁਰੂ ਸਾਹਿਬ ਦੇ ਸਾਥੀ ਰਹੇ ਨੇ, ਉਹਨਾਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਨਹੀਂ ਮਿਲਦਾ। ਅਸੀਂ ਦੇਖਦੇ ਹਾਂ ਕਿ ਆਪਣੀ ਮਰਜ਼ੀ ਦੇ ਮੁਤਾਬਿਕ ਉਹ ਕਈ ਚੀਜ਼ਾਂ ਹਟਾ ਦਿੰਦੇ ਨੇ, ਕਈ ਚੀਜ਼ਾਂ ਰੱਖ ਲੈਂਦੇ ਨੇ। ਤਾਂ ਇਹ ਕਿੱਧਰ ਨੂੰ ਸੋਚ ਜਾ ਰਹੀ ਹੈ? ਐਕਚੁਅਲ ਜੋ ਅਸਲੀਅਤ ਹੈ ਉਹ ਕਿਉਂ ਨਹੀਂ ਪੜ੍ਹਾਈ ਜਾ ਰਹੀ? ਇਹ ਆਪਣੇ ਮੁਤਾਬਿਕ ਕਿਉਂ ਪੜ੍ਹਾਉਣਾ ਚਾਹੁੰਦੇ ਨੇ? ਪਿੱਛੇ ਜੇ ਸਾਊਥ ਇੰਡੀਆ ਵਿੱਚ ਵੀ ਹੋਇਆ, ਭਗਤ ਸਿੰਘ ਦਾ ਚੈਪਟਰ ਹਟਾ ਦਿੱਤਾ ਗਿਆ, ਸ਼ਹੀਦ ਆਜ਼ਮ ਭਗਤ ਸਿੰਘ ਦਾ। ਸੋ ਇਹ ਸਭ ਜੋ ਗੱਲਾਂ ਹੋ ਰਹੀਆਂ ਨੇ, ਇਹ ਕਿਉਂ ਕਰਦੇ ਪਏ ਨੇ? ਇਹ ਕੋਈ ਮਨਮਰਜ਼ੀ ਹੈ? ਕਿਉਂਕਿ ਇਹ ਤਾਂ ਕਿਸੇ ਵੀ ਤਰ੍ਹਾਂ ਦੇਸ਼ ਹਿੱਤ ਦੇ ਵਿੱਚ ਨਹੀਂ ਹੈ ਕਿ ਜਿਨ੍ਹਾਂ ਬਾਰੇ ਬੱਚਿਆਂ ਨੂੰ ਪੜ੍ਹਨਾ ਚਾਹੀਦਾ, ਸ਼ੂਰਵੀਰ ਬਣਨਾ ਚਾਹੀਦਾ, ਉਹਨਾਂ ਦਾ ਜ਼ਿਕਰ ਤੁਸੀਂ ਹਟਾ ਦਿੰਦੇ ਹੋ ਤੇ ਆਪਣੇ ਮੁਤਾਬਿਕ ਤੁਸੀਂ ਜ਼ਿਕਰ ਰੱਖਦੇ ਹੋ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਹਾਡਾ ਏਜੰਡਾ ਕੀ ਹੈ? ਇੱਥੇ ਗੱਲ ਏਜੰਡੇ ਦੀ ਆ ਜਾਂਦੀ ਹੈ। ਜੋ ਲੋਕ ਕਹਿੰਦੇ ਨੇ, ਐਕਸਪਰਟ ਮੰਨਦੇ ਨੇ ਕਿ ਏਜੰਡਾ ਲੈ ਕੇ ਚੱਲ ਰਹੀਆਂ ਨੇ ਸਰਕਾਰਾਂ, ਦੇਸ਼ ਨੂੰ ਲੈ ਕੇ ਨਹੀਂ ਚੱਲ ਰਹੀਆਂ, ਦੇਸ਼ ਹਿੱਤ ਨੂੰ, ਲੋਕਾਂ ਦੇ ਹਿੱਤ ਨੂੰ, ਬੱਚਿਆਂ ਦੇ ਹਿੱਤ ਨੂੰ ਲੈ ਕੇ ਨਹੀਂ ਚੱਲ ਰਹੀਆਂ। ਆਪਣੀਆਂ ਸੱਤਾ ਦੀ ਜੋ ਉਹਨਾਂ ਦੀ ਸੋਚ ਹੈ ਕਿ ਸੱਤਾ ਕਾਇਮ ਕਿਵੇਂ ਰੱਖਣੀ ਹੈ, ਉਸ ਸੋਚ ਨੂੰ ਲੈ ਕੇ ਚੱਲ ਰਹੀਆਂ ਨੇ। ਇਹ ਇੱਥੇ ਤੱਕ ਡਿਬੇਟ ਹੋ ਚੁੱਕੀ ਹੈ, ਜੋ ਇਹ ਸਿਆਸੀ ਗਲਿਆਰਿਆਂ ਦੇ ਵਿੱਚ ਇਸ ਵਕਤ ਗੱਲਬਾਤ ਚੱਲ ਰਹੀ ਹੈ। ਜੀ, ਜਿੱਥੋਂ ਤੱਕ ਇਤਿਹਾਸਕ ਥਾਵਾਂ, ਜਿਨ੍ਹਾਂ ਨੂੰ ਅਸੀਂ ਹਿਸਟੋਰੀਕਲ ਮੋਨੂਮੈਂਟ ਕਹਿੰਦੇ ਆ, ਉਹਨਾਂ ਨਾਲ ਛੇੜਛਾੜ ਦਾ ਸੰਬੰਧ ਹੈ, ਇਹ ਮੇਰਾ ਇੱਕ ਆਮ ਜਨਰਲ ਪਬਲਿਕ ਨੂੰ ਇੱਕ ਸਵਾਲ ਹੈ ਕਿ ਅਸੀਂ ਇਹ ਛੇੜਛਾੜ ਕਿੱਥੇ ਨਹੀਂ ਕੀਤੀ? ਕੀ ਅਸੀਂ ਸਿੱਖ ਇਤਿਹਾਸ ਨਾਲ ਸੰਬੰਧਿਤ ਗੁਰਦੁਆਰੇ, ਜਿਹੜੀਆਂ ਪੁਰਾਣੀਆਂ ਥਾਵਾਂ ਸੀ, ਉਹਨਾਂ ਨੂੰ ਨਹੀਂ ਬਦਲਿਆ? ਕੀ ਅਸੀਂ ਉਹਨਾਂ ਨੂੰ ਖਤਮ ਨਹੀਂ ਕੀਤਾ? ਇਹ ਛੇੜਛਾੜ ਹਰ ਥਾਂ ਤੇ ਹੋਈ ਹੈ ਔਰ ਇਹ ਛੇੜਛਾੜ ਨਹੀਂ ਸੀ ਹੋਣੀ ਚਾਹੀਦੀ। ਇਹਦੇ ਵਾਸਤੇ ਜ਼ਰੂਰੀ ਸੀ ਕਿ ਸਾਡੇ ਪੁਰਖਿਆਂ ਨੂੰ ਕੁਝ ਇਸ ਤਰ੍ਹਾਂ ਦਾ ਵਿਧਾਨ ਬਣਾਉਣਾ ਚਾਹੀਦਾ ਸੀ ਕਿ ਅਸੀਂ ਆਪਣੀਆਂ ਇਤਿਹਾਸਕ ਧਰੋਹਰ ਨੂੰ ਸਾਂਭ ਕੇ ਰੱਖਦੇ, ਉਹਨਾਂ ਨੂੰ ਗੱਲ ਨਾਲ ਲਾ ਕੇ ਰੱਖਦੇ, ਉਹਨਾਂ ਤੋਂ ਕੋਈ ਨਾ ਕੋਈ ਅਸੀਂ ਪ੍ਰੇਰਨਾ ਲੈਂਦੇ। ਸਾਡੇ ਕੋਲ ਅੱਜ ਜਿਹੜੇ ਪੰਜਾਬ ਦੇ ਵਿੱਚ ਇੰਨਾ ਇਤਿਹਾਸ ਵਰਤਾਰਾ ਵਾਪਰਿਆ, ਇੱਟ ਮਿੱਟੀ ਦਾ ਕਣ ਜਿਹੜਾ ਹੈ ਉਹ ਇਤਿਹਾਸਕ ਘਟਨਾਵਾਂ ਨਾਲ ਓਤਪੋਤ ਹੈ।
ਅਸੀਂ ਉਹ ਸਾਰਾ ਕੁਝ ਖਤਮ ਕਰ ਦਿੱਤਾ। ਇਹਦੇ ਵਿੱਚ ਕਸੂਰ ਸਿਰਫ ਸਾਨੂੰ ਸਰਕਾਰਾਂ ਦਾ ਹੀ ਨਹੀਂ ਕੱਢਣਾ ਚਾਹੀਦਾ, ਔਰ ਕੁਝ ਸਾਡਾ ਆਪਣਾ ਵੀ ਹੈ ਕਿ ਅਸੀਂ ਉਹਨਾਂ ਤਬਦੀਲੀਆਂ ਨੂੰ ਪ੍ਰਵਾਨ ਕਰਦੇ ਹਾਂ। ਸਾਨੂੰ ਉਹਦੇ ਖਿਲਾਫ ਉਹਦੇ ਬਾਰੇ ਆਪਣਾ ਪ੍ਰੋਟੈਸਟ ਜ਼ਾਹਰ ਕਰਨਾ ਚਾਹੀਦਾ ਸੀ। ਅਸੀਂ ਇਹ ਤਬਦੀਲੀਆਂ ਜਿਹੜੀਆਂ ਨੇ ਇਤਿਹਾਸਕ ਮੋਨੂਮੈਂਟ ਜਿਹੜੇ ਸਾਡੇ ਪੰਜਾਬ ਇਧਰਲੇ ਪੰਜਾਬ 'ਚ ਖਤਮ ਕੀਤੇ ਗਏ ਨੇ, ਇਹ ਵਰਤਾਰਾ ਬਹੁਤ ਮਾੜਾ ਹੈ ਔਰ ਇਤਿਹਾਸ ਦੇ ਪੱਖ ਵਿੱਚ ਤੇ ਬਿਲਕੁਲ ਹੀ ਨਹੀਂ। ਅੱਜ ਸਾਨੂੰ ਅਗਰ ਪਾਕਿਸਤਾਨੀ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪਾਕਿਸਤਾਨੀ ਪੰਜਾਬ ਵਿੱਚ ਸਿੱਖਾਂ ਨਾਲ ਸੰਬੰਧਿਤ ਜਿਹੜੀਆਂ ਇਮਾਰਤਾਂ ਨੇ ਜਾਂ ਉਹਨਾਂ ਦੇ ਮੋਨੂਮੈਂਟ ਨੇ, ਉਹਨਾਂ ਨੇ ਸਾਂਭ ਸੰਭਾਲ ਕੀਤੀ ਹੈ ਔਰ ਉਹਨਾਂ ਦੀ ਵੀਡੀਓਗ੍ਰਾਫੀ ਕੀਤੀ ਹੈ। ਉਹ ਸਾਰਾ ਕੁਝ ਅਵੇਲੇਬਲ ਹੈ। ਤੁਸੀਂ ਉੱਥੇ ਜਾ ਕੇ ਅੱਜ ਵੀ ਸ਼ੇਰ ਸ਼ਾਹ ਸੂਰੀ ਦੇ ਵਕਤ ਦੀ ਬਣਾਈ ਹੋਈ ਸੜਕ ਦੇਖ ਸਕਦੇ ਹੋ, ਜਦੋਂ ਕਿ ਸਾਨੂੰ ਆਪਣੇ ਇਧਰਲੇ ਪੰਜਾਬ ਵਿੱਚ ਐਸਾ ਕੁਝ ਨਹੀਂ ਲੱਭਦਾ। ਸਾਨੂੰ ਇਤਿਹਾਸ ਨੂੰ ਸਾਂਭਣ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਇਹ ਸਕੂਲਾਂ ਵਿੱਚ ਸਾਡੇ ਜਦੋਂ ਅਸੀਂ ਪਾਠਕ੍ਰਮ ਡਿਸਾਈਡ ਕਰਦੇ ਹਾਂ ਉਹਦੇ ਵਿੱਚ ਸਿਖਾਇਆ ਜਾਣਾ ਚਾਹੀਦਾ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਕਿਵੇਂ ਸਾਂਭੀਏ, ਕਿਵੇਂ ਸਮਝੀਏ, ਕਿਵੇਂ ਦੇਖੀਏ। ਇਤਿਹਾਸ ਨਾਲ ਛੇੜਛਾੜ ਅਜੇ ਐਡਾ ਵੱਡਾ ਮਸਲਾ ਨਹੀਂ, ਜਿੰਨਾ ਇਤਿਹਾਸ ਦੇ ਸਹੀ ਤਰੀਕੇ ਨਾਲ ਉਹਨੂੰ ਪੜ੍ਹਾਇਆ ਜਾਣਾ, ਉਹਨੂੰ ਬੱਚਿਆਂ ਤੱਕ ਪਹੁੰਚਾਉਣਾ, ਉਹਨਾਂ ਬੱਚਿਆਂ ਦੇ ਮਨਾਂ ਅੰਦਰ ਵਸਾਉਣਾ ਸਾਡੀ ਇਹ ਵੱਡੀ ਸਮੱਸਿਆ ਹੈ, ਜਿਹਦੇ ਉੱਤੇ ਅਸੀਂ ਅਕੈਡਮੀਸ਼ੀਅਨ ਰਲ ਮਿਲ ਕੇ ਕੰਮ ਕਰ ਰਹੇ ਹਾਂ। ਔਰ ਜੇ ਇਹ ਸਮਝ ਸਾਨੂੰ ਹੁੰਦੀ ਤਾਂ ਅੱਜ ਸਾਨੂੰ ਸੰਗਮਰਮਰ ਨਾਲ ਓਤ-ਪੋਤ ਗੁਰਦੁਆਰੇ ਨਾ ਮਿਲਦੇ। ਸਾਨੂੰ ਆਪਣੀਆਂ ਪੁਰਾਣੀਆਂ ਜਿਹੜੀਆਂ ਗੁਰੂ ਸਾਹਿਬ ਦੇ ਵਕਤ ਦੀਆਂ ਨਿਸ਼ਾਨੀਆਂ ਨੇ ਉਹ ਸਾਰੀਆਂ ਐਜ਼ ਇਟ ਇਜ਼ ਮੌਜੂਦ ਹੁੰਦੀਆਂ, ਜਿਨ੍ਹਾਂ ਨੂੰ ਦੇਖ ਕੇ ਅਸੀਂ ਹੋਰ ਬਹੁਤ ਕੁਝ ਸਿੱਖ ਸਕਦੇ ਸੀ। ਇਹ ਠੀਕ ਹੈ ਕਿ ਜਲਿਆਂਵਾਲੇ ਬਾਗ ਨਾਲ ਛੇੜਛਾੜ ਹੋਈ ਹੈ, ਪਰ ਜਲਿਆਂਵਾਲੇ ਬਾਗ ਦੇ ਨਾਲ ਹੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਵੀ ਜਿਹੜੇ ਦੂਸਰੀਆਂ ਧਾਰਮਿਕ ਥਾਵਾਂ ਨੇ ਜਾਂ ਇਤਿਹਾਸਕ ਥਾਵਾਂ ਨੇ, ਉਹਨਾਂ ਨਾਲ ਹੀ ਬਹੁਤ ਵੱਡੇ ਪੱਧਰ ਦੀ ਛੇੜਛਾੜ ਹੋਈ ਹੈ। ਟੈਕਨੋਲੋਜੀ ਆਈ ਹੈ, ਨਵੀਂ ਸਰੂਪ, ਸ਼ਹਿਰਾਂ ਦੇ ਸਰੂਪ ਬਦਲੇ ਜਾ ਰਹੇ ਨੇ, ਸ਼ਹਿਰਾਂ ਦੀ ਰੂਪ ਰੇਖਾ ਬਦਲੀ ਜਾ ਰਹੀ ਹੈ। ਇਹਦੇ ਕਈ ਪੱਖ ਨੇ, ਚੰਗਾ ਵੀ ਹੈ ਔਰ ਮਾੜਾ ਵੀ ਹੈ। ਪਰ ਜਿੱਥੋਂ ਤੱਕ ਸਕੂਲ ਦੀ ਗੱਲ ਹੈ ਜਾਂ ਅਸੀਂ ਇਹ ਕਹੀਏ ਕਿ ਇਤਿਹਾਸ ਨੂੰ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਕੰਮ ਹੈ, ਇਹ ਸ਼ਾਇਦ ਆਉਣ ਵਾਲੇ ਟਾਈਮ ਵਿੱਚ ਹੋਰ ਚੰਗੇ ਤਰੀਕੇ ਨਾਲ ਹੋਏਗਾ ਕਿ ਅਗਰ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਸਕੀਏ ਕਿ ਇਤਿਹਾਸ ਨੂੰ ਦੇਖਣ ਦਾ ਉਹਨਾਂ ਦਾ ਨਜ਼ਰੀਆ ਕੀ ਹੋਣਾ ਚਾਹੀਦਾ। ਜੀ ਗੁਰਦੀਪ ਜੀ, ਕਿਉਂਕਿ ਅਸੀਂ ਨਾ ਬਾਕੀ ਸਾਰੇ ਦੇਸ਼ਾਂ 'ਚ ਵੀ ਦੇਖਦੇ ਹਾਂ, ਕਈ ਥਾਂ ਦੇ ਉੱਤੇ ਸੈਕੰਡ ਵਰਲਡ ਵਾਰ ਦੇ ਜਿਹੜੇ ਬਰਬਾਦ ਹੋਏ ਸ਼ਹਿਰ ਨੇ ਉਹਨਾਂ ਦੀਆਂ ਨਿਸ਼ਾਨੀਆਂ ਵੀ ਰੱਖੀਆਂ ਹੋਈਆਂ ਨੇ ਕਿ ਅੱਜ ਦੇ ਬੱਚੇ, ਨਵੀਂ ਜਨਰੇਸ਼ਨ, ਨਵੀਂ ਪੀੜ੍ਹੀ ਉਹਨੂੰ ਦੇਖੇ ਕਿ ਅਸੀਂ ਕਿੱਦਾਂ ਬਰਬਾਦ ਹੋ ਗਏ ਸੀ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਤੇ ਕਿੱਥੋਂ ਅਸੀਂ ਉੱਠ ਕੇ ਕਿਵੇਂ ਤਰੱਕੀ ਕੀਤੀ ਹੈ। ਜਾਪਾਨ ਦੀ ਐਗਜ਼ਾਮਪਲ ਸਾਡੇ ਸਾਹਮਣੇ, ਬੱਚੇ ਵੀ ਸਿੱਖਣਗੇ ਕਿ ਇੰਨੀ ਜੰਗ ਜਿਹੜੀ ਤਬਾਹਕੁਨ ਹੁੰਦੀ ਹੈ, ਜੰਗ ਨਹੀਂ ਹੋਣੀ ਚਾਹੀਦੀ। ਔਰ ਉਸ ਵਕਤ ਜਦੋਂ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ ਬੰਬ ਸੁੱਟਿਆ ਗਿਆ ਸੈਕੰਡ ਵਰਲਡ ਵਾਰ ਦੇ ਵਿੱਚ, ਅੱਜ ਉਸ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਪਾਵਰਫੁਲ ਬੰਬ ਨੇ, 17-18 ਹਜ਼ਾਰ ਬੰਬ ਨੇ ਪੂਰੀ ਦੁਨੀਆ ਦੇ ਵਿੱਚ। ਇਹ ਸਾਇੰਟਿਸਟ ਕਹਿੰਦੇ ਨੇ ਐਟਮ ਬੰਬ ਜੋ ਤਿਆਰ ਨੇ ਚਲਾਏ ਜਾਣ ਵਾਸਤੇ। ਔਰ ਇਸ ਕਦਰ ਅਸੀਂ ਖਤਰਨਾਕ ਮੁਹਿੰਮ ਦੇ ਉੱਤੇ ਤੁਰੇ ਹੋਏ ਹਾਂ। ਇਨਸਾਨ ਖੁਦ ਆਪਣੀ ਬਰਬਾਦੀ ਦਾ ਕਾਰਨ ਖੁਦ ਬਣਦਾ ਹੈ। ਸੋ ਇਹ ਵੀ ਇੱਕ ਤਰ੍ਹਾਂ ਨਾਲ ਬਰਬਾਦੀ ਦਾ ਕਾਰਨ ਹੈ ਜੋ ਇਤਿਹਾਸ ਨੂੰ ਅਸੀਂ ਤੋੜ ਮਰੋੜ ਕੇ ਇਤਿਹਾਸ ਨਾਲ ਛੇੜਛਾੜ ਕਰਕੇ ਪ੍ਰੈਜ਼ੈਂਟ ਕਰਦੇ ਹਾਂ, ਕਿਉਂਕਿ ਬੱਚਿਆਂ ਨੇ ਸਿੱਖਣਾ ਕੀ ਹੈ। ਹਿਸਟਰੀ ਸਾਨੂੰ ਤਾਂ ਹੀ ਪੜ੍ਹਾਈ ਜਾਂਦੀ ਹੈ, ਤਾਂ ਹੀ ਸਕੂਲਾਂ 'ਚ ਕਿ ਅਸੀਂ ਸਿੱਖੀਏ, ਉਹ ਗਲਤੀਆਂ ਨਾ ਦੁਹਰਾਈਏ ਜਿਹੜੀਆਂ ਗਲਤੀਆਂ ਸਾਡੇ ਪੁਰਖਿਆਂ ਨੇ ਕੀਤੀਆਂ। ਔਰ ਅਸੀਂ ਫਿਰ ਤੋਂ ਉਹੀ ਗਲਤੀਆਂ ਦੁਹਰਾਵਾਂਗੇ ਜੇ ਸੱਚਾਈ ਸਾਡੇ ਤੱਕ ਨਹੀਂ ਪਹੁੰਚੇਗੀ, ਕਿਉਂਕਿ ਉਹ ਛੇੜਛਾੜ ਕਰਕੇ ਉਹ ਜਿਹੜੀਆਂ ਗਲਤੀਆਂ ਨੇ ਉਹਨਾਂ ਨੂੰ ਹਟਾ ਦਿੱਤਾ ਜਾਏਗਾ ਤੇ ਅਸੀਂ ਸਿੱਖਣਾ ਕਿਵੇਂ ਹੈ। ਔਰ ਐਲਬਰਟ ਆਇਨਸਟਾਈਨ ਨੇ ਬਹੁਤ ਸੋਹਣੀ ਗੱਲ ਕਹੀ ਸੀ ਕਿ ਇੱਕ ਇਤਿਹਾਸ, ਇਨਸਾਨ ਦਾ ਇਤਿਹਾਸ ਇਹ ਹੈ ਕਿ ਉਹਨੇ ਆਪਣੇ ਇਤਿਹਾਸ ਤੋਂ ਕਦੀ ਕੁਝ ਸਿੱਖਿਆ ਹੀ ਨਹੀਂ, ਤਾਂ ਹੀ ਉਹ ਬਾਰ-ਬਾਰ ਗਲਤੀਆਂ ਕਰਦਾ। ਜੀ, ਮੇਰਾ ਦਾਗਿਸਤਾਨ ਵਿੱਚ ਇੱਕ ਬੜਾ ਖੂਬਸੂਰਤ ਵਾਕ ਹੈ ਜਿਹੜਾ ਅੱਜ ਦੀ ਸਾਡੀ ਗੱਲਬਾਤ ਵਿੱਚ ਬਹੁਤ ਜ਼ਿਆਦਾ ਉਹ ਸਾਰਥਕ ਹੈ ਕਿ ਜੇ ਤੁਸੀਂ ਅਤੀਤ ਤੇ ਗੋਲੀ ਚਲਾਓਗੇ ਪਿਸਤੌਲ ਨਾਲ ਤਾਂ ਭਵਿੱਖ ਤੁਹਾਨੂੰ ਤੋਪ ਅੱਗੇ ਫੁੰਡੇਗਾ। ਜਿਹੜੇ ਅੱਜ ਇਤਿਹਾਸ ਨਾਲ ਛੇੜਛਾੜ ਕਰਨ ਦੀ ਗਲਤੀ ਕਰ ਰਹੇ ਨੇ, ਉਹਨਾਂ ਨੂੰ ਆਪਣੇ ਇਸ ਗੱਲ ਤੋਂ ਵੀ ਸਿੱਖਣਾ ਚਾਹੀਦਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਇਤਿਹਾਸ ਉਹਨਾਂ ਨੂੰ ਮਾਫ ਨਹੀਂ ਕਰੇਗਾ। ਇਤਿਹਾਸ ਇੱਕ ਘਟਨਾਵਾਂ ਦਾ ਚੱਕਰ ਹੀ ਨਹੀਂ ਹੁੰਦਾ। ਇਤਿਹਾਸ ਦੀ ਇੱਕ ਆਪਣੀ ਸਮਝ ਹੈ ਜਿਹੜੀ ਨਿਰੰਤਰ ਚੱਲਦੀ ਰਹਿੰਦੀ ਹੈ। ਔਰ ਉਹ ਇੱਕ ਗਲਤੀ ਕਰਨ ਵਾਲਾ ਅਗਰ ਇਤਿਹਾਸ ਨਾਲ ਛੇੜਛਾੜ ਕਰਦਾ ਹੈ, ਇਤਿਹਾਸਕ ਮੋਨੂਮੈਂਟ ਨੂੰ ਹਟਾਉਂਦਾ ਹੈ, ਤਾਂ ਕੱਲ੍ਹ ਨੂੰ ਜਦੋਂ ਇਤਿਹਾਸ ਦੇ ਸਹੀ ਸੋਰਸ ਸਾਡੇ ਬੱਚਿਆਂ ਦੇ ਅੱਗੇ ਆਉਣਗੇ, ਜਦੋਂ ਉਹ ਸਟੱਡੀ ਕਰਨਗੇ,
ਤਾਂ ਉਹਨਾਂ ਨੂੰ ਬਹੁਤ ਸਾਰਾ ਕੁਝ ਕਲੀਅਰ ਹੋ ਜਾਏਗਾ ਕਿ ਅਸਲ ਇਤਿਹਾਸ ਕੀ ਸੀ ਤੇ ਇਹ ਕੀ ਸਾਨੂੰ ਸਿਖਾਇਆ ਪੜਾਇਆ ਗਿਆ। ਸਾਨੂੰ ਚਾਹੀਦਾ ਹੈ ਕਿ ਉਹਨਾਂ ਐਸੀਆਂ ਸਥਿਤੀਆਂ ਤੋਂ ਬਚਣਾ ਚਾਹੀਦਾ ਹੈ ਔਰ ਸਰਕਾਰਾਂ ਨੂੰ ਅਗਰ ਉਹਨਾਂ ਦੇ ਕਿਸੇ ਵੀ ਏਜੰਡੇ ਦੇ ਉੱਤੇ ਇਤਿਹਾਸ ਨਾਲ ਛੇੜਛਾੜ ਦੀ ਗੱਲ ਹੈ ਤਾਂ ਉਹਨਾਂ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਗੁਰੇਜ਼ ਕਰਨਾ ਹੀ ਸਾਡੇ ਲਈ ਅੱਜ ਦੀ ਤਰੀਕ ਵਿੱਚ ਸਭ ਤੋਂ ਵਧੀਆ ਕੰਮ ਹੋ ਸਕਦਾ। ਸੋ ਇੱਕ ਚੀਜ਼ ਮੈਂ ਜਾਣਨਾ ਚਾਹਾਂਗਾ, ਜੇ ਆਪਾਂ ਇੱਕ ਬਿਲਕੁਲ ਫਲੈਟ ਕੁਐਸਚਨ ਰੱਖੀਏ, ਇਤਿਹਾਸ ਕਿਉਂ ਪੜਾਇਆ ਜਾਂਦਾ ਹੈ ਸਕੂਲਾਂ ਦੇ ਵਿੱਚ, ਕਾਲਜ ਦੇ ਵਿੱਚ? ਇਤਿਹਾਸ ਅਸੀਂ ਕਿਉਂ ਪੜ੍ਹਦੇ ਹਾਂ? ਇਤਿਹਾਸਿਕ ਕਿਤਾਬਾਂ ਕਿਉਂ ਲਿਖੀਆਂ ਜਾਂਦੀਆਂ ਨੇ? ਹਿਸਟਰੀ ਨੂੰ ਨੋਟ ਕਿਉਂ ਕੀਤਾ ਜਾਂਦਾ ਹੈ? ਕਾਹਦੇ ਵਾਸਤੇ ਇੱਕ ਜਨਰੇਸ਼ਨ ਅਗਲੀ ਜਨਰੇਸ਼ਨ ਤੱਕ ਆਪਣਾ ਸਾਰਾ ਇਤਿਹਾਸ ਪਹੁੰਚਾਉਂਦੀ ਹੈ? ਕੀ ਆਬਜੈਕਟਿਵ ਹੈ ਇਤਿਹਾਸ ਨੂੰ ਪੜ੍ਹਨ ਦਾ, ਪੜ੍ਹਾਉਣ ਦਾ? ਇਹ ਤੁਸੀਂ ਬਹੁਤ ਖੂਬਸੂਰਤ ਔਰ ਬੜਾ ਵਾਜਬ ਸਵਾਲ ਪੁੱਛਿਆ ਹੈ। ਮੇਰੇ ਅਧਿਐਨ ਵਿੱਚ ਆਇਆ ਕਿ ਸਾਡੀਆਂ ਕਿਤਾਬਾਂ ਵਿੱਚ ਕਿਤੇ ਨਹੀਂ ਲਿਖਿਆ, ਕਿਤੇ ਪੋਸਟ ਗ੍ਰੈਜੂਏਟ ਤੱਕ ਦੀਆਂ ਕਿਤਾਬਾਂ ਵਿੱਚ ਵੀ ਇਹ ਟੌਪਿਕ ਨਹੀਂ ਆਇਆ ਕਿ ਅਸੀਂ ਇਤਿਹਾਸ ਨੂੰ ਕਿਉਂ ਪੜ੍ਹੀਏ, ਇਤਿਹਾਸ ਨੂੰ ਕਿਉਂ ਪੜ੍ਹਿਆ ਜਾਵੇ, ਇਤਿਹਾਸ ਕਿਉਂ ਪੜ੍ਹਾਇਆ ਜਾਵੇ। ਕੀ ਇਤਿਹਾਸ ਰਾਜਿਆਂ ਮਹਾਰਾਜਿਆਂ ਦਾ ਵੇਰਵਾ ਹੈ? ਕੀ ਇਤਿਹਾਸ ਘਟਨਾਵਾਂ ਦਾ ਪੁਲੰਦਾ ਹੈ? ਕੀ ਇਤਿਹਾਸ ਸਥਾਵਾਂ ਤੇ ਤਰੀਕਾਂ ਦਾ ਵੇਰਵਾ ਹੈ? ਔਰ ਹੋ ਕੀ ਰਿਹਾ ਕਿ ਅੱਜ ਦੇ ਬੱਚੇ ਜਦੋਂ ਇਤਿਹਾਸ ਪੜ੍ਹਦੇ ਨੇ ਤਾਂ ਉਹ ਸਿਰਫ ਇਤਿਹਾਸ ਦੇ ਨਾਂ ਉੱਤੇ ਕੁਝ ਰਾਜੇ ਮਹਾਰਾਜਿਆਂ ਦੇ ਨਾਂ, ਕੁਝ ਤਰੀਕਾਂ, ਕੁਝ ਥਾਵਾਂ, ਕੁਝ ਘਟਨਾਵਾਂ ਉਹਦਾ ਰੱਟਾ ਮਾਰਦੇ ਨੇ। ਉਹਨਾਂ ਨੂੰ ਇਤਿਹਾਸ ਦੀ ਸਮਝ ਨਹੀਂ ਹੁੰਦੀ। ਜਦੋਂ ਕਿ ਇਤਿਹਾਸ ਨੂੰ ਪੜ੍ਹਾਏ ਜਾਣ ਦਾ ਜਿਹੜਾ ਇੱਕ ਕਾਰਨ ਹੈ ਉਹ ਅੰਗਰੇਜ਼ੀ ਦੇ ਇੱਕ ਵਾਕ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਹਿਸਟਰੀ ਰਿਪੀਟਸ ਇਟਸੈਲਫ। ਹਿਸਟਰੀ ਤਾਂ ਹੀ ਰਿਪੀਟ ਕਰਦੀ ਹੈ ਜਦੋਂ ਅਸੀਂ ਹਿਸਟਰੀ ਤੋਂ ਕੁਝ ਸਿੱਖਦੇ ਨਹੀਂ। ਹਿਸਟਰੀ ਦਰਅਸਲ ਘਟਨਾਵਾਂ ਦਾ ਕ੍ਰਮ ਹੁੰਦਾ ਹੈ। ਇੱਕ ਘਟਨਾ ਦੂਜੀ ਘਟਨਾ ਨਾਲ ਜੁੜੀ ਹੁੰਦੀ ਹੈ। ਇੱਕ ਘਟਨਾ ਦੂਜੀ ਘਟਨਾ ਦਾ ਕਾਰਨ ਵੀ ਹੁੰਦੀ ਹੈ ਔਰ ਉਹਦਾ ਇਫੈਕਟ ਵੀ ਹੁੰਦਾ ਹੈ। ਉਹ ਇਫੈਕਟ ਚੰਗਾ ਵੀ ਹੁੰਦਾ, ਮਾੜਾ ਵੀ ਹੁੰਦਾ ਹੈ। ਇੱਕ ਵਿਅਕਤੀ ਦੇ ਫੈਸਲੇ ਨਾਲ ਮਹਾਭਾਰਤ ਵਾਪਰ ਜਾਂਦਾ ਹੈ। ਇੱਕ ਵਿਅਕਤੀ ਦੇ ਫੈਸਲੇ ਨਾਲ ਰਾਮਾਇਣ ਵਰਗੀ ਘਟਨਾ ਵਾਪਰ ਜਾਂਦੀ ਹੈ ਔਰ ਪੂਰੇ ਦਾ ਪੂਰਾ ਉਹ ਇੱਕ ਐਪਿਕ ਲਿਖਿਆ ਜਾਂਦਾ ਹੈ। ਇਹ ਜਿਹੜੇ ਫੈਸਲੇ ਨੇ ਇਹਨਾਂ ਦੇ ਰਿਜ਼ਲਟ ਕੀ ਹੋਣਗੇ, ਅਸੀਂ ਇਹਨਾਂ ਤੋਂ ਕਿਵੇਂ ਸਿੱਖਣਾ ਹੈ ਔਰ ਕਿਵੇਂ ਇਹੋ ਜਿਹੇ ਫੈਸਲਿਆਂ ਤੋਂ ਪਰਹੇਜ਼ ਕਰਨਾ ਹੈ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਉਹ ਘਟਨਾਵਾਂ ਨਾ ਵਾਪਰਨ, ਉਹ ਸਾਰਾ ਕੁਝ ਨਾ ਹੋਵੇ। ਕਿਉਂਕਿ ਵਿਗਿਆਨ ਦੇ ਮੁਤਾਬਕ ਸਾਡੇ ਇਸ ਬ੍ਰਹਿਮੰਡ ਵਿੱਚ, ਸਾਡੀ ਦੁਨੀਆ ਵਿੱਚ, ਸਾਡੇ ਪੂਰੇ ਯੂਨੀਵਰਸ ਵਿੱਚ ਹਰ ਚੀਜ਼ ਕਾਰਨ ਤੇ ਘਟਨਾ ਦੇ ਨਾਲ ਜੁੜੀ ਹੋਈ ਹੈ। ਇੱਕ ਘਟਨਾ ਇੱਕ ਦੂਸਰੀ ਘਟਨਾ ਦਾ ਕਾਰਨ ਬਣਦੀ ਹੈ ਔਰ ਇਤਿਹਾਸ ਨੂੰ ਜਦੋਂ ਅਸੀਂ ਸਕੂਲਾਂ ਵਿੱਚ ਪੜ੍ਹਾਉਂਦੇ ਹਾਂ, ਸਮਝਾਉਂਦੇ ਹਾਂ ਤਾਂ ਉਹਦੇ ਤੋਂ ਇਹੀ ਸਬਕ ਸਿੱਖਦੇ ਹਾਂ ਕਿ ਅਸੀਂ ਆਉਣ ਵਾਲੇ ਟਾਈਮ ਵਿੱਚ ਉਹ ਗਲਤੀਆਂ ਨਾ ਕਰੀਏ ਜੋ ਸਾਡੇ ਪੁਰਖਿਆਂ ਨੇ ਜਾਂ ਸਾਡੇ ਅਤੀਤ ਵਿੱਚ ਰਾਜਿਆਂ ਮਹਾਰਾਜਿਆਂ ਨੇ ਜਾਂ ਕਾਬਜ਼ ਲੋਕਾਂ ਨੇ ਕੀਤੇ, ਉਹ ਗਲਤੀਆਂ ਕੀਤੀਆਂ, ਅਸੀਂ ਉਹਨਾਂ ਗਲਤੀਆਂ ਤੋਂ ਬਚੀਏ। ਇਹੀ ਇਤਿਹਾਸ ਨੂੰ ਪੜ੍ਹਾਏ ਜਾਣ ਦਾ ਅਸਲੀ ਕਾਰਨ ਹੈ ਔਰ ਇਹੀ ਸਬਕ ਹੈ ਜਿਹੜਾ ਮੈਂ ਸਮਝਦਾ ਵੀ ਸਾਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਔਰ ਇਹੋ ਸਬਕ ਸਾਨੂੰ ਆਪਣੇ ਸਕੂਲਾਂ ਵਿੱਚ ਇਤਿਹਾਸ ਦੇ ਅਧਿਆਪਕਾਂ ਨੂੰ, ਇਤਿਹਾਸ ਦੇ ਲੇਖਕਾਂ ਨੂੰ ਇਹ ਆਪਣੇ ਵਿਦਿਆਰਥੀਆਂ ਤੱਕ ਪਹੁੰਚਾਉਣਾ ਚਾਹੀਦਾ। ਜੀ ਇੱਕ ਮੈਂ ਤੁਹਾਡੇ ਕੋਲੋਂ ਹੁਣ ਆਖਿਰ 'ਚ ਚੀਜ਼ ਪੁੱਛਣਾ ਚਾਹਾਂਗਾ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇੱਕ ਗੱਲ ਚੱਲ ਰਹੀ ਹੈ, ਵਰਲਡ ਪੀਸ ਪੋਸੀਬਲ ਹੈ? ਦੁਨੀਆ ਦੇ ਵਿੱਚ ਪੀਸ, ਸ਼ਾਂਤੀ ਹੋਣੀ ਚਾਹੀਦੀ ਹੈ। ਜੌਨ ਹੰਟਰ ਇੱਕ ਅਧਿਆਪਕ ਨੇ, ਉਹ ਵੀ ਅਮਰੀਕਾ ਤੋਂ ਨੇ, ਰਿਟਾਇਰ ਹੋ ਗਏ ਨੇ ਹੁਣ। ਉਹਨਾਂ ਨੇ ਇੱਕ ਗੇਮ ਤਿਆਰ ਕੀਤੀ ਹੈ ਬੱਚਿਆਂ ਵਾਸਤੇ, ਵਰਲਡ ਪੀਸ ਗੇਮ। ਉਹ ਗੇਮ ਖੇਡਦੇ ਖੇਡਦੇ ਬੱਚੇ ਦੇਖਦੇ ਨੇ ਕਿ ਕਿੱਦਾਂ ਦੁਨੀਆ ਦੇ ਵਿੱਚ ਸ਼ਾਂਤੀ ਕਾਇਮ ਕੀਤੀ ਜਾਂਦੀ ਹੈ। ਉਹਨਾਂ ਨੇ ਵੱਖ-ਵੱਖ ਦੇਸ਼ ਬਣਾਏ ਹੋਏ ਨੇ। ਇੱਕ ਦੇਸ਼ ਨੇ ਆਪਣੀਆਂ ਸੈਨਾਵਾਂ ਅੱਗੇ ਵਧਾ ਦਿੱਤੀਆਂ, ਫਿਰ ਉਹਦੇ ਕੀ ਇਫੈਕਟ ਹੋਏ, ਫਿਰ ਉਹ ਦੂਜਾ ਰਾਜਾ ਬਣਦਾ ਹੈ, ਇੱਕ ਦੂਸਰਾ ਬੱਚਾ ਕਹਿੰਦਾ ਨਹੀਂ ਇਹਦੇ ਨਾਲ ਤੇ ਇਦਾਂ ਹੋਏਗਾ, ਬੁਰਾ ਅਸਰ ਪਏਗਾ, ਮੈਂ ਆਪਣੀਆਂ ਸੈਨਾਵਾਂ ਇੱਥੋਂ ਪਿੱਛੇ ਹਟਾਉਣਾ, ਇੱਥੇ ਟਾਕ ਕਰਨੀ ਚਾਹੀਦੀ ਹੈ, ਇਹ ਸਾਰੇ ਮਸਲੇ ਗੱਲਬਾਤ ਨਾਲ ਹੱਲ ਕਰਨੇ ਚਾਹੀਦੇ ਨੇ, ਇੱਥੇ ਨਹੀਂ ਕੁਝ ਅਟੈਕਿੰਗ ਪੋਜੀਸ਼ਨ ਹੈ, ਇੱਥੇ ਅਸੀਂ ਕਿੱਦਾਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਮਤਲਬ ਉਹ ਹਰ ਚੀਜ਼ ਦਿਖਾਉਂਦੇ ਨੇ, ਹਰ ਚੀਜ਼ ਸਿਖਾਉਂਦੇ ਨੇ ਉਸ ਗੇਮ ਦੇ ਵਿੱਚ। ਇਟਸ ਅ ਵੈਰੀ ਬਿਊਟੀਫੁਲ ਗੇਮ ਔਰ ਕਈ ਸਕੂਲਾਂ ਦੇ ਵਿੱਚ ਉਹ ਸਿਲੇਬਸ ਦੇ ਵਿੱਚ ਪੜ੍ਹਾਈ ਜਾ ਰਹੀ ਹੈ ਔਰ ਪੂਰੀ ਦੁਨੀਆ 'ਚ ਹੋਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਦੀਆਂ ਗੇਮਸ, ਕਿਉਂਕਿ ਜੌਨ ਹੰਟਰ ਹੈਜ਼ ਡਨ ਅ ਵੰਡਰਫੁਲ ਜੌਬ ਔਰ ਬਹੁਤ ਪਿਆਰੀ ਰਿਸਰਚ ਹੈ। ਪੂਰੀ ਬੱਚੇ ਦੀ ਸਾਈਕੋਲੋਜੀ ਦੇ ਉੱਤੇ ਹੈ, ਬੰਦੇ ਦੇ ਮਾਈਂਡ ਨੂੰ ਟ੍ਰੇਨ ਕਰਦੀ ਹੈ। ਬੱਚੇ ਵੀ ਵੱਡੇ ਵੀ ਸਿੱਖ ਸਕਦੇ ਨੇ ਉਹਦੇ ਗੇਮ ਕੋਲੋਂ। ਸਾਡੇ ਪਾਠਕ੍ਰਮ ਜਿਹੜੇ ਨੇ ਉਹ ਥਿੰਕਿੰਗ ਸਕਿੱਲ ਤੇ ਬੇਸਡ ਹੋਣੇ ਚਾਹੀਦੇ ਨੇ, ਟ੍ਰੇਨਿੰਗ ਆਫ ਮਾਈਂਡ। ਹਾਂ, ਸਾਡੀਆਂ ਕਿਤਾਬਾਂ, ਸਾਡੀ ਪੜ੍ਹਾਈ, ਸਾਡੀ ਸਕੂਲ, ਸਾਡੀ ਸਿੱਖਿਆ ਦਾ ਜਿਹੜਾ ਮੁੱਖ ਮੁੱਦਾ ਜਾਂ ਮੰਤਵ ਹੋਣਾ ਚਾਹੀਦਾ ਹੈ ਉਹ ਹੈ ਕਿ ਬੱਚਿਆਂ ਨੂੰ ਸੋਚਣਾ ਸਿਖਾਇਆ ਜਾਏ। ਅੱਜ ਦੀ ਤਰੀਕ ਵਿੱਚ ਇਸ ਚੀਜ਼ ਸਾਡੀ ਐਜੂਕੇਸ਼ਨ 'ਚੋਂ ਮਨਫੀ ਹੋ ਰਹੀ ਹੈ, ਬੜੀ ਤੇਜ਼ੀ ਨਾਲ ਜਾ ਰਹੀ ਹੈ। ਅਸੀਂ ਬੱਚਿਆਂ ਨੂੰ ਸੋਚਣਾ ਨਹੀਂ ਸਿਖਾਉਂਦੇ।
ਜਦੋਂ ਕਿ ਆਉਣ ਵਾਲੇ ਟਾਈਮ ਵਿੱਚ ਅਗਰ ਅਸੀਂ ਦੇਖੀਏ ਜਿਹੜਾ ਏਜੰਡਾ ਜਾਂ ਜਿਹੜਾ ਸਾਡੇ ਕੋਲ ਬਿਰਤਾਂਤ ਸਿਰਜਿਆ ਜਾ ਰਿਹਾ ਆਉਣ ਵਾਲੇ ਟਾਈਮ ਵਿੱਚ ਭਵਿੱਖ ਵਿੱਚ, ਚਾਹੇ ਇਹ ਅਮਰੀਕਾ ਦੀ ਆਡੀਅנס ਹੋਵੇ, ਚਾਹੇ ਕੈਨੇਡਾ ਦੀ, ਚਾਹੇ ਇੰਗਲੈਂਡ ਦੀ, ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਵੱਲ ਵਧ ਰਹੇ ਹਾਂ। ਸਾਡੇ ਸਕੂਲਾਂ ਵਿੱਚ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਇੰਟਰੋਡਿਊਸ ਕੀਤਾ ਜਾ ਰਿਹਾ। ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਪਹਿਲਾਂ ਡਿਜ਼ਾਈਨਡ ਥਿੰਕਿੰਗ ਤਿਆਰ ਕੀਤੀ ਜਾ ਰਹੀ ਹੈ। ਡਿਜ਼ਾਈਨਡ ਥਿੰਕਿੰਗ ਦੇ ਉੱਤੇ ਕਰਿਕੂਲਮ ਤਿਆਰ ਕੀਤਾ ਜਾ ਰਿਹਾ। ਡਿਜ਼ਾਈਨਡ ਥਿੰਕਿੰਗ ਜਿਹੜੀ ਹੈ ਉਹ ਸਾਰੀ ਦੀ ਸਾਰੀ ਲੇਟਰਲ ਥਿੰਕਿੰਗ ਉੱਤੇ ਬੇਸਡ ਹੈ, ਔਰ ਲੇਟਰਲ ਥਿੰਕਿੰਗ ਇੱਕ ਸਕਿੱਲ ਹੈ ਜਿਹੜੀ ਜਿਸ ਦੀ ਟ੍ਰੇਨਿੰਗ ਜਿਹੜੀ ਹੈ ਸਾਡੇ ਪਾਠਕ੍ਰਮ ਵਿੱਚ ਦਿੱਤੀ ਜਾਣੀ ਚਾਹੀਦੀ ਹੈ। ਲੇਟਰਲ ਥਿੰਕਿੰਗ ਸਿਖਾਉਂਦੀ ਹੈ ਕਿ ਸਿਚੁਏਸ਼ਨ ਦੇ ਆਉਣ ਤੋਂ ਪਹਿਲਾਂ ਤੁਸੀਂ ਉਸ ਦੇ ਬਾਰੇ ਕਿਸ ਤਰ੍ਹਾਂ ਰਿਐਕਟ ਕਰਨਾ, ਉਹਦੇ ਬਾਰੇ ਉਹਦੀਆਂ ਸਾਰੀਆਂ ਸਟੇਜਸ ਕਿਵੇਂ ਤੈਅ ਕਰਨੀਆਂ, ਉਹਦੇ ਵਿੱਚ ਤੁਹਾਡੇ ਸਾਰੇ ਸਟੈਪ ਕੀ ਹੋਣਗੇ, ਤੁਸੀਂ ਕਿਸ ਤਰ੍ਹਾਂ ਮੂਵ ਕਰੋਗੇ, ਕੀ ਕਰਨ ਨਾਲ ਕੀ ਹੋ ਜਾਏਗਾ, ਉਹਦੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਇਹ ਸਾਰਾ ਕੁਝ ਲੇਟਰਲ ਥਿੰਕਿੰਗ ਸਕਿੱਲ ਦਾ ਹਿੱਸਾ ਹੈ। ਔਰ ਇਹ ਲੇਟਰਲ ਥਿੰਕਿੰਗ ਸਕਿੱਲ ਜਿਹੜੀ ਹੈ ਅੱਜ ਦੀ ਤਰੀਕ ਵਿੱਚ ਕਾਰਪੋਰੇਟ ਸਕਿੱਲ ਹੈ, ਜਿਹਦੀ ਟ੍ਰੇਨਿੰਗ ਸਾਡਾ ਜਿਹੜਾ ਨਵਾਂ NCF ਹੈ ਉਹ ਸਕੂਲ ਦੇ ਪਾਠਕ੍ਰਮ ਵਿੱਚ ਦੇਣੀ ਚਾਹੁੰਦਾ ਹੈ। ਇਹ ਕੁਝ ਨਵੀਆਂ ਤਬਦੀਲੀਆਂ ਨੇ ਜਿਹੜੀਆਂ ਸਾਡੇ ਇੱਥੇ ਵਾਪਰ ਰਹੀਆਂ ਨੇ, ਔਰ ਇਹ ਚੰਗੀਆਂ ਨੇ। ਅਸੀਂ ਬੱਚਿਆਂ ਨੂੰ ਇਸ ਕਾਬਲ ਬਣਾਵਾਂਗੇ ਕਿ ਆਉਣ ਵਾਲੇ ਟਾਈਮ ਵਿੱਚ ਆਉਣ ਵਾਲੇ ਜਿੰਨੇ ਚੈਲੰਜਸ ਨੇ ਉਹਨਾਂ ਦਾ ਮੁਕਾਬਲਾ ਕਰ ਸਕਣ, ਉਹ ਖੁਦ ਡਿਸਾਈਡ ਕਰ ਸਕਣ ਕਿ ਇਤਿਹਾਸ ਨੂੰ ਕਿਸ ਤਰ੍ਹਾਂ ਪੜ੍ਹਿਆ ਜਾਣਾ ਚਾਹੀਦਾ ਹੈ ਔਰ ਕਿਸ ਤਰ੍ਹਾਂ ਲਿਖਿਆ ਜਾਣਾ ਚਾਹੀਦਾ ਹੈ, ਔਰ ਇਹਦੀ ਰੂਪ ਰੇਖਾ ਕੀ ਹੋਣੀ ਚਾਹੀਦੀ ਹੈ। ਉਹ ਖੁਦ ਡਿਸਾਈਡ ਕਰਨ ਕਿ ਇਤਿਹਾਸ ਦੇ ਸਰੋਤ ਕਿੱਥੇ ਪਏ ਨੇ, ਉਹਨਾਂ ਸਰੋਤਾਂ ਨੂੰ ਕਿਵੇਂ ਲੱਭਣਾ ਹੈ ਔਰ ਕਿਵੇਂ ਉਹਨਾਂ ਨੂੰ ਆਪਣੀ ਥਿੰਕਿੰਗ ਨਾਲ ਕਨੈਕਟ ਕਰਨਾ। ਇਹ ਸਾਡੇ ਜਿਹੜੇ ਮੇਨ ਚੈਲੰਜਸ ਨੇ ਸਾਡੇ ਪਾਠਕ੍ਰਮ ਦੇ, ਸਾਡੇ ਅਕਾਦਮਿਕ ਦੇ, ਸਾਡੇ ਸਕੂਲਾਂ ਦੇ, ਸਾਡੀ ਸਿੱਖਿਆ ਦੇ ਨੀਤੀ ਦੇ, ਜਿਨ੍ਹਾਂ ਨੂੰ ਅਸੀਂ ਐਡਰੈਸ ਕਰ ਰਹੇ ਹਾਂ। ਅਸੀਂ ਆਪਣੇ ਬੱਚਿਆਂ ਨੂੰ ਇਸ ਕਾਬਲ ਬਣਾਉਣਾ ਚਾਹੁੰਦੇ ਹਾਂ ਕਿ ਆਉਣ ਵਾਲੇ ਟਾਈਮ ਵਿੱਚ ਉਹ ਹਰ ਸਿਚੁਏਸ਼ਨ, ਹਰ ਸਥਿਤੀ ਵਿੱਚ ਸਹੀ ਫੈਸਲੇ ਲੈ ਸਕਣ। ਬਿਲਕੁਲ ਠੀਕ ਹੈ ਗੁਰਦੀਪ ਜੀ, ਕਿਉਂਕਿ ਸਾਡੇ ਭਾਰਤ ਦਾ ਜੇ ਇਤਿਹਾਸ ਦੇਖੀਏ, ਜਿਹੜਾ ਪੁਰਾਣੇ ਸਿਸਟਮ 'ਚ ਗੁਰੂਕੁਲ ਸੀਗੇ, ਜਦੋਂ ਪੜ੍ਹਾਇਆ ਜਾਂਦਾ ਸੀ, ਅਸੀਂ ਚਾਣਕਿਆ ਦੀ ਵੀ ਗੱਲ ਕਰਦੇ ਹਾਂ, ਜੋ ਪੁਰਾਣੇ ਸਾਡੇ ਵਿਦਵਾਨ ਨੇ, ਉਸ ਟਾਈਮ ਪੁਰਾਣੇ ਗੁਰੂਕੁਲਾਂ ਦੇ ਵਿੱਚ 2-2.5 ਹਜ਼ਾਰ ਸਾਲ ਪਹਿਲਾਂ ਇੱਕ ਸਬਜੈਕਟ ਹੁੰਦਾ ਸੀ, ਉਹਦਾ ਨਾਮ ਹੈ ਅਨਾਵਿਕਸ਼ਕੀ। ਉਹਦਾ ਅਰਥ ਹੈ, ਮਤਲਬ ਹੈ ਉਹਦਾ ਹਾਊ ਟੂ ਥਿੰਕ। ਥਿੰਕਿੰਗ ਇਜ਼ ਐਨ ਆਰਟ, ਔਰ ਉਹ ਆਰਟ ਸਿਖਾਈ ਜਾਂਦੀ ਹੈ ਸੋਚਣਾ ਕਿਵੇਂ ਹੈ, ਕਿਉਂਕਿ ਲੋਕਾਂ ਨੂੰ ਸੋਚਣਾ ਹੀ ਨਹੀਂ ਆਉਂਦਾ। ਹਾਊ ਟੂ ਥਿੰਕ ਇਜ਼ ਦੀ ਬੇਸ। ਉਹਦਾ ਨਾਮ ਹੈ ਅਨਾਵਿਕਸ਼ਕੀ। ਉਹਦੇ ਸਾਰਾ ਸਬਜੈਕਟ ਹੀ ਇਹ ਸੀ, ਤੁਹਾਡੀ ਕ੍ਰਿਟੀਕਲ ਥਿੰਕਿੰਗ ਕਿੱਦਾਂ ਦੀ ਹੋਣੀ ਚਾਹੀਦੀ ਹੈ, ਰੈਸ਼ਨਲ ਥਿੰਕਿੰਗ ਕਿੱਦਾਂ ਦੀ ਹੋਣੀ ਚਾਹੀਦੀ ਹੈ, ਤੁਹਾਨੂੰ ਗਹਿਰਾਈ 'ਚ ਕਿਵੇਂ ਦੇਖਣਾ ਚਾਹੀਦਾ ਹੈ, ਤੁਹਾਡਾ ਨੁਕਤਾ ਨਜ਼ਰ ਕੀ ਹੋਣਾ ਚਾਹੀਦਾ, ਤੁਹਾਡਾ ਆਪਣਾ ਪੁਆਇੰਟ ਆਫ ਵਿਊ ਕੀ ਹੋਣਾ ਚਾਹੀਦਾ। ਤੁਸੀਂ ਦੂਜੇ ਦੇ ਓਪੀਨੀਅਨ ਦੇ ਵਿੱਚ ਆ ਜਾਂਦੇ ਹੋ, ਯੂ ਗੈਟ ਕੈਰੀਡ ਅਵੇ, ਜਾਂ ਤੁਸੀਂ ਆਪਣੀ ਸੋਚ ਨੂੰ ਬਰਕਰਾਰ ਰੱਖਦੇ ਹੋ, ਚੱਟਾਨ ਵਾਕਨ ਮਜ਼ਬੂਤ ਰਹਿੰਦੇ ਹੋ, ਆਪਣੀ ਸੋਚ ਤੇ ਖੜੇ ਰਹਿੰਦੇ ਹੋ, ਆਪਣੀ ਸੋਚ ਨੂੰ ਡਗਮਗਾਣ ਨਹੀਂ ਦਿੰਦੇ। ਕਿਉਂਕਿ ਜੋ ਇੱਕ ਸੋਲਿਡ ਸਟਰੋਂਗ ਸੋਚ ਦਾ ਬੰਦਾ ਹੋਏਗਾ, ਸਟਰੋਂਗ ਮਾਈਂਡ ਦਾ ਬੰਦਾ ਹੋਏਗਾ, ਉਹੀ ਸਟਰੋਂਗ ਕੰਮ ਕਰੇਗਾ, ਉਹੀ ਸਟਰੋਂਗ ਪਰਸਨੈਲਿਟੀ ਹੋਏਗੀ। ਨਹੀਂ ਤਾਂ ਉਹ ਖਿਲਰਿਆ ਰਹਿੰਦਾ ਹੈ, ਉਹ ਖਿਲਰਿਆ ਹੋਇਆ ਇਨਸਾਨ ਕੁਝ ਨਹੀਂ ਕਰ ਸਕਦਾ, ਉਹ ਬਾਕੀ ਸਭ ਕੁਝ ਵੀ ਖਲੇਰ ਕੇ ਰੱਖ ਦਿੰਦਾ। ਤੁਹਾਡੇ ਇਸ ਗੱਲ ਨਾਲ ਮੈਂ ਇੱਕ ਹੋਰ ਗੱਲ ਜੋੜ ਕੇ ਆਪਣੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਸਾਡੇ ਕੋਲ ਹਿੰਦੁਸਤਾਨ ਵਿੱਚ ਦੁਨੀਆ ਦਾ ਸਭ ਤੋਂ ਬੈਸਟ ਐਜੂਕੇਸ਼ਨ ਸਿਸਟਮ ਹੈ, ਜਿਹਨੂੰ ਅਸੀਂ ਪੰਚਤੰਤਰ ਕਹਿੰਦੇ ਹਾਂ। ਪੰਚਤੰਤਰ ਬੇਸ਼ੱਕ ਜਾਨਵਰਾਂ ਦੀਆਂ ਕਹਾਣੀਆਂ ਨੇ, ਪੰਛੀਆਂ ਦੀਆਂ ਕਹਾਣੀਆਂ ਨੇ, ਲੇਕਿਨ ਉਹ ਛੋਟੇ ਬੱਚਿਆਂ ਵਾਸਤੇ ਨਹੀਂ, ਉਹ ਐਡਲਟਸ ਵਾਸਤੇ ਨੇ। ਅਗਰ ਪੰਚਤੰਤਰ ਦੀ ਦਾ ਅਧਿਐਨ ਕੀਤਾ ਜਾਏ ਤਾਂ ਉਹਦੇ ਵਿੱਚ ਹਰ ਕਹਾਣੀ ਇੱਕ ਸਵਾਲ ਖੜਾ ਕਰਦੀ ਹੈ, ਜਿਹਦਾ ਜਵਾਬ ਅਗਲੀ ਕਹਾਣੀ ਦਿੰਦੀ ਹੈ, ਔਰ ਇਹ ਸਾਰੇ ਸਵਾਲ ਜਿਹੜੇ ਨੇ ਥਿੰਕਿੰਗ ਸਕਿੱਲਸ ਨਾਲ ਰਿਲੇਟਡ ਹੈ। ਔਰ ਉਹਨਾਂ ਸਵਾਲਾਂ ਨੂੰ ਹੱਲ ਕਰਦੇ ਹੀ ਬੱਚਿਆਂ ਦੀ ਮਾਈਂਡ ਦੀ ਟ੍ਰੇਨਿੰਗ ਹੋ ਜਾਂਦੀ ਹੈ, ਉਹਨਾਂ ਸਾਰੀਆਂ 21st ਸੈਂਚੁਰੀ ਸਕਿੱਲਸ ਦੀ, ਜਿਹਦੇ ਬਾਰੇ ਅੱਜ ਸਾਰੀ ਦੁਨੀਆ ਦਾ ਸਕੂਲ ਸਿਸਟਮ, ਸਾਰੀ ਦੁਨੀਆ ਦੀ ਐਜੂਕੇਸ਼ਨ 21st ਸੈਂਚੁਰੀ ਸਕਿੱਲਸ ਦੀ ਗੱਲ ਕਰਦੀ ਹੈ। ਇਹ 21st ਸੈਂਚੁਰੀ ਸਕਿੱਲਸ ਪੂਰੀਆਂ ਦੀਆਂ ਪੂਰੀਆਂ ਸਾਨੂੰ ਪੰਚਤੰਤਰ ਤੋਂ ਮਿਲ ਜਾਂਦੀਆਂ। ਤਾਂ ਸਾਡੇ ਹਿੰਦੁਸਤਾਨ ਦੇ ਜਿਹੜਾ ਐਨੀਸ਼ੀਐਂਟ ਕਲਚਰ ਹੈ, ਪੁਰਾਣਾ ਕਲਚਰ ਹੈ, ਉਹਦੇ 'ਚ ਸਾਡੇ ਕੋਲ ਬਹੁਤ ਸਾਰੇ ਇਸ ਤਰ੍ਹਾਂ ਦੇ ਸਰੋਤ ਪਏ ਨੇ, ਬਹੁਤ ਸਾਰਾ ਇਸ ਤਰ੍ਹਾਂ ਦਾ ਮਟੀਰੀਅਲ ਪਿਆ, ਜਿਹਨੂੰ ਦੁਬਾਰਾ ਫੇਰ ਲਾਈਮਲਾਈਟ ਵਿੱਚ ਲਿਆਉਣ ਦੀ ਲੋੜ ਹੈ। ਜਿਨ੍ਹਾਂ ਗੱਲਾਂ ਵਾਸਤੇ ਅੱਜ ਦੁਨੀਆ ਭਰ ਦੀ ਐਜੂਕੇਸ਼ਨ ਪਾਲਿਸੀਜ਼ ਜਿਹੜੀਆਂ ਨੇ ਉਹ ਦੌੜ ਰਹੀਆਂ ਨੇ, ਉਹ ਸਾਰਾ ਕੁਝ ਸਾਡੇ ਆਪਣੇ ਹੀ ਕਲਚਰ, ਸਾਡੇ ਆਪਣੇ ਪੁਰਾਣੇ ਇਤਿਹਾਸ ਵਿੱਚ ਪਿਆ ਮੌਜੂਦ ਹੈ, ਪਹਿਲਾਂ ਤੋਂ ਹੀ ਮੌਜੂਦ ਹੈ। ਬਿਲਕੁਲ ਜੀ ਗੁਰਦੀਪ ਸਰ, ਇਹ ਬਿਲਕੁਲ ਸਹੀ ਗੱਲ ਹੈ। ਪੂਰੀ ਦੁਨੀਆ ਦੇ ਵਿੱਚ ਹੀ ਜੋ ਬੱਚਿਆਂ ਦੀਆਂ ਕਹਾਣੀਆਂ ਨੇ,
ਐਲਿਸ ਇਨ ਵੰਡਰਲੈਂਡ, ਹੈ ਨਾ, ਔਰ ਇਸ ਤਰ੍ਹਾਂ ਦੀਆਂ ਗੁਲਿਵਰ ਦੀ ਟਰੈਵਲਸ, ਔਰ ਇਹ ਸਭ ਜਿਹੜੀਆਂ ਕਹਾਣੀਆਂ ਨੇ ਬੱਚਿਆਂ ਦੀਆਂ ਕਹਾਣੀਆਂ, ਇਹ ਐਕਚੁਅਲੀ ਵੱਡਿਆਂ ਵਾਸਤੇ ਨੇ। ਇਹ ਬੱਚਿਆਂ ਦੀਆਂ ਕਹਾਣੀਆਂ ਨਹੀਂ, ਇਹ ਵੱਡਿਆਂ ਵਾਸਤੇ ਨੇ, ਵੱਡੇ ਸਿੱਖਣ ਇਹ ਤੋਂ। ਸੋ ਇਹ ਸਾਨੂੰ ਸਾਰਿਆਂ ਨੂੰ ਉਹ ਕਹਾਣੀਆਂ ਪੜ੍ਹਨੀਆਂ ਚਾਹੀਦੀਆਂ ਨੇ। ਪੂਰੀ ਦੁਨੀਆ ਦਾ ਵਿੱਚ ਜਿਹੜਾ ਲਿਟਰੇਚਰ ਹੈ, ਬੱਚਿਆਂ ਦਾ ਲਿਟਰੇਚਰ, ਉਹ ਸਾਨੂੰ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਹੈ। ਉੱਥੋਂ ਸਾਨੂੰ ਸਿੱਖਿਆ ਮਿਲੇਗੀ ਕਿ ਅਸੀਂ ਸੋਚਣਾ ਕਿਵੇਂ ਹੈ। ਸੋਚਣਾ ਆਪਣੇ ਆਪ ਦੇ ਵਿੱਚ ਇੱਕ ਕਮਾਲ ਦੀ ਚੀਜ਼ ਹੈ, ਔਰ ਜੋ ਇਨਸਾਨ ਇਸ ਸੋਚਣ ਦੀ ਕਲਾ ਦੇ ਵਿੱਚ ਬਿਲਕੁਲ ਸਕਿੱਲਫੁਲ ਹੈ, ਬਿਲਕੁਲ ਤਿਆਰ ਹੈ, ਸੋਚਣ ਦੀ ਕਲਾ ਨੂੰ ਪੂਰੀ ਤਰ੍ਹਾਂ ਜਾਣਦਾ ਹੈ, ਉਹੀ ਇਨਸਾਨ ਕਾਮਯਾਬ ਹੈ, ਉਹੀ ਇਨਸਾਨ ਇੱਕ ਸਹੀ ਅਰਥਾਂ ਦੇ ਵਿੱਚ ਇਨਸਾਨ ਬਣ ਸਕਦਾ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਇਸ ਸਬਜੈਕਟ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਥੈਂਕ ਯੂ ਸੋ ਮਚ। ਸ਼ੁਕਰੀਆ ਜੀ ਬਹੁਤ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਊਜ਼ ਸਾਨੂੰ ਇਨਬਾਕਸ ਕਰੋ ਇਸ ਸਬਜੈਕਟ ਦੇ ਉੱਤੇ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।